ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤੁਹਾਨੂੰ ਪਤਾ ਹੈ ਮੇਰੀ ਫੇਵਰੇਟ ਚੀਜ਼ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਨੀ ਇਸ ਅਮਰੀਕਨ ਪੋਲਿਟਿਕਸ, ਜੋ ਇੱਥੇ ਦਾ ਸਿਸਟਮ ਹੈਗਾ। ਬਟ ਜਦੋਂ ਅਸੀਂ ਇੱਥੇ ਦੇ ਸਿਸਟਮ ਦੀ ਗੱਲ ਕਰਦੇ ਹਾਂ, ਉਹ ਤੋਂ ਵੀ ਇੰਪੋਰਟੈਂਟ ਸਾਡੀ ਕਮਿਊਨਿਟੀ ਦੀ ਇੱਥੇ ਦੇ ਸਿਸਟਮ ਦੇ ਵਿੱਚ ਕਿਹੋ ਜਿਹੀ ਪਾਰਟਿਸਿਪੇਸ਼ਨ ਹੈਗੀ, ਇਹ ਗੱਲ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ। ਬਿਕੋਜ਼ ਉਸ ਪਾਰਟਿਸਿਪੇਸ਼ਨ ਤੋਂ ਬਗੈਰ ਤੁਹਾਨੂੰ ਜਿੰਨੀ ਮਰਜ਼ੀ ਜਾਣਕਾਰੀ ਹੋਏ ਸਿਸਟਮ ਬਾਰੇ ਕੋਈ ਫਾਇਦਾ ਨਹੀਂ, ਜਦੋਂ ਤੱਕ ਤੁਸੀਂ ਸਿਸਟਮ ਦੇ ਵਿੱਚ ਵੜ ਕੇ ਉਹਨੂੰ ਫਾਇਦੇ ਲਈ, ਆਪ ਦੇ ਫਾਇਦੇ ਲਈ, ਫਿਊਚਰ ਲਈ, ਫਿਊਚਰ ਜਨਰੇਸ਼ਨਸ ਲਈ ਕੋਈ ਉਹਦੇ 'ਤੇ ਪੋਜ਼ੀਟਿਵ ਇੰਪੈਕਟ ਨਹੀਂ ਲੈ ਕੇ ਆ ਸਕਦੇ। ਕੀ ਫਾਇਦਾ ਜਾਣਕਾਰੀ ਦਾ? ਤੇ ਇਸ ਏਰੀਆ ਦੇ ਵਿੱਚ, ਇਸ ਮੁੱਦੇ 'ਤੇ ਜਦੋਂ ਅਸੀਂ ਸਿਸਟਮ ਨੂੰ ਬਦਲਣ ਦੀ, ਸਿਸਟਮ ਨੂੰ ਸਮਝਣ ਦੀ, ਉਹਦੇ ਵਿੱਚ ਜੋ ਸਾਡੀ ਪਾਰਟਿਸਿਪੇਸ਼ਨ ਹੈਗੀ ਉਹਦੀ ਗੱਲ ਕਰਦੇ ਹਾਂ, ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਵੱਖ-ਵੱਖ ਸੰਸਥਾਵਾਂ, ਸਾਡੀ ਸਿੱਖ ਕੌਮ ਦੀ ਸੰਸਥਾਵਾਂ ਇਸ ਮਿਸ਼ਨ 'ਤੇ ਲੱਗੀਆਂ ਹੋਈਆਂ। ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੇ ਨਾਲ, ਭਾਵੇਂ ਮੈਂ ਨਿਊਯਾਰਕ ਦੀ ਹੈਗੀ, ਨਿਊਯਾਰਕ ਮੋਸਟਲੀ ਬਹਿੰਦੀ ਹਾਂ, ਇਹ ਵੀ ਸ਼ੋਅ ਨਿਊਯਾਰਕ ਤੋਂ ਕਰ ਰਹੀ ਹਾਂ। ਕੈਲੀਫੋਰਨੀਆ ਦੇ ਨਾਲ ਸਾਡਾ ਖਾਸ ਹੀ ਲਗਾਵ ਹੈ, ਖਾਸ ਪਿਆਰ ਹੈ। ਅਤੇ ਕੈਲੀਫੋਰਨੀਆ ਦੇ ਵਿੱਚ ਜੋ ਸਾਡੀ ਸਿੱਖ ਕੌਮ ਨੇ ਤਰੱਕੀ ਕੀਤੀ ਹੈ, ਉਹ ਇਹੋ ਜਿਹੀ ਸੰਸਥਾਵਾਂ ਕਰਕੇ ਕੀਤੀ ਹੈ। ਕੈਲੀਫੋਰਨੀਆ ਦੇ ਵਿੱਚ ਭਾਵੇਂ ਉਹ ਬਿਜ਼ਨਸ ਦੇ ਵਿੱਚ ਹੋਏ ਜਾਂ ਉੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਹੋਏ, ਜੋ ਸਾਡੀ ਕਮਿਊਨਿਟੀ ਉੱਥੇ ਵੱਸਦੀ ਹੈ, ਉਹਨਾਂ ਨੇ ਰਲ ਕੇ, ਇਕੱਠੇ ਹੋ ਕੇ ਕੈਲੀਫੋਰਨੀਆ ਦੇ ਸਿਸਟਮ ਦੇ ਵਿੱਚ ਆਪ ਦੀ ਜਗ੍ਹਾ ਬਣਾਈ ਹੈ। ਸੋ ਅੱਜ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਇੱਕ ਇਹੋ ਜਿਹੀ ਸੰਸਥਾ ਦੀ ਕੁਝ ਜਾਣਕਾਰੀ ਸ਼ੇਅਰ ਕਰਦੇ ਹੋਏ। ਸਿਕਸ ਆਫ ਟ੍ਰੇਸੀ, ਜੋ ਕਿ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਇੱਕ ਨਵੀਂ ਆਰਗੇਨਾਈਜੇਸ਼ਨ ਜ਼ਰੂਰ ਹੈ, ਬਟ ਬਹੁਤ ਵੱਡੇ ਲੈਵਲ 'ਤੇ ਕੰਮ ਕਰ ਰਹੀ ਹੈ। ਇਨਫੈਕਟ ਕੁਛ ਇਹਨਾਂ ਨੇ ਇਹੋ ਜਿਹੀ ਅਕੰਪਲਿਸ਼ਮੈਂਟਸ ਰੀਸੈਂਟ ਹਫ਼ਤਿਆਂ ਦੇ ਵਿੱਚ ਲਿੱਤੀ ਹੈ ਦੈਟ ਸਾਨੂੰ ਲੱਗਿਆ ਕਿ ਜ਼ਰੂਰ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਹੈਗਾ। ਸੋ ਹੁਣ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਸਾਡੇ ਅੱਜ ਸ਼ਾਮ ਦੇ ਗੈਸਟ, ਵਾਲੰਟੀਅਰਸ, ਟੀਮ ਮੈਂਬਰਸ ਆਫ ਦੀ ਆਰਗੇਨਾਈਜੇਸ਼ਨ ਸਿਕਸ ਆਫ ਟ੍ਰੇਸੀ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ। ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। So good to have you. ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਵਿਊਅਰਸ ਨੂੰ ਇੰਟਰੋਡਿਊਸ ਕਰਾਉਣਾ ਚਾਹਾਂਗੀ। ਸਿਕਸ ਆਫ ਟ੍ਰੇਸੀ ਦੇ ਵੱਖ-ਵੱਖ ਵਾਲੰਟੀਅਰਸ ਸਾਡੇ ਨਾਲ ਜੁੜੇ ਹਨ। ਸਭ ਤੋਂ ਪਹਿਲੇ ਗੁਰਤੇਜ ਜਟਵਾਲ ਜੀ, ਥੈਂਕ ਯੂ ਸੋ ਮਚ। ਯੂ ਆਰ ਏ ਪਲੈਨਿੰਗ ਕਮਿਸ਼ਨਰ ਬਾਈ ਪ੍ਰੋਫੈਸ਼ਨ, ਬਟ ਪਿਛਲੇ 2 ਸਾਲਾਂ ਤੋਂ ਤੁਸੀਂ ਲੱਗੇ ਹੋਏ ਹੋ ਸਿਕਸ ਆਫ ਟ੍ਰੇਸੀ ਦੇ ਨਾਲ, ਜਿੱਥੇ ਸਮਟਾਈਮਸ ਇਟਸ ਸੈਡ ਟੂ ਥਿੰਕ ਕਿ ਕੋਈ ਟ੍ਰੈਜਡੀ ਕਰਕੇ ਸਾਨੂੰ ਇਹੋ ਜਿਹੇ ਕਦਮ ਚੁੱਕਣੇ ਪੈਂਦੇ ਹੈ, ਬਟ ਇੱਕ ਕ੍ਰਾਈਸਿਸ ਦੇ ਵਿੱਚ, ਇੱਕ ਟ੍ਰੈਜਡੀ ਦੇ ਵਿੱਚ ਵੀ ਓਪਰਚੁਨਿਟੀ ਹੁੰਦੀ ਹੈ। ਐਂਡ ਦੈਟਸ ਵਾਟ ਸਿਕਸ ਆਫ ਟ੍ਰੇਸੀ ਹੈਜ਼ ਡਨ, ਇਜ਼ ਟੇਕਨ ਇਟ ਅਪਨ ਦੈਮਸੈਲਵਸ ਕਿ ਇਹ ਓਪਰਚੁਨਿਟੀ ਸਾਡੇ ਤੋਂ ਜਾਏ ਨਾ, ਕਿ ਟਾਈਮ ਇਹੀ ਹੈਗਾ ਲੋਕਾਂ ਨੂੰ ਦੱਸਣ ਦਾ ਕਿ ਅਸੀਂ ਕੌਣ ਆ, ਸਿੱਖ ਕੌਣ ਹੁੰਦੇ ਆ। ਇਟਸ ਆਲਵੇਜ਼ ਗ੍ਰੇਟ ਟੂ ਸੀ ਕਿ ਜਦੋਂ ਯੂਥ ਇਸ ਕੌਜ਼ ਦੇ ਵਿੱਚ ਆਪ ਦੀ ਜਗ੍ਹਾ ਬਣਾਉਂਦੀ ਹੈ। ਨਵਜੋਤ ਕਾਲੋਂ, ਯੂ ਆਰ ਵਨ ਆਫ ਦੋਜ਼। ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਮੌਮ ਖਾਸ ਕਰਕੇ ਬਹੁਤ ਐਕਟਿਵ ਹਨ ਸਿੱਖ ਕਮਿਊਨਿਟੀ ਅਫੇਅਰਸ ਦੇ ਵਿੱਚ, ਐਂਡ you yourself are involved as well. I'm so glad you could join us, Pave. Your day job keeps you in the banking sector, which is so amazing. बहुत वधिया लगता है ये वेख के, but तुसी volunteer ਦੇ ਤੌਰ ਤੇ ਸਿਕਸ ਆਫ ਟ੍ਰੇਸੀ ਨਾਲ ਜੁੜੇ ਹੋਏ। ਐਂਡ ਲਾਸਟ ਬਟ ਨਾਟ ਲੀਸਟ, ਰਣਜੀਤ ਗਿੱਲ, ਜੋ ਕਿ ਇੱਕ ਬਿਜ਼ਨਸਮੈਨ ਵੀ ਤੁਸੀਂ ਹੈਗੇ, ਭਾਵੇਂ ਟਰੱਕਿੰਗ ਹੋਏ, ਭਾਵੇਂ ਹਸਪਿਟੈਲਿਟੀ, ਫੂਡ ਇੰਡਸਟਰੀ ਦੇ ਵਿੱਚ ਤੁਹਾਡੇ ਕੰਮ ਕਾਰਜ ਹੈਗੇ, ਬਟ ਤੁਸੀਂ ਵੀ ਇਸ ਸੰਸਥਾ ਦੇ ਨਾਲ ਵੋਲੰਟੀਅਰ ਦੇ ਤੌਰ ਤੇ ਜੁੜੇ ਹੋਏ ਹੋ। ਤੇ ਅੱਜ ਮੈਂ ਥੋੜੀ ਜਿਹੀ ਇਨ ਅਕੰਪਲਿਸ਼ਮੈਂਟਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਰਾਜਦੀਪ ਧਨੋਤਾ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਇਹ ਟੀਮ ਕਿੰਨੇ ਵੱਡੇ ਲੈਵਲ 'ਤੇ ਕੰਮ ਕਰ ਰਹੀ ਹੈ, ਜ਼ਰੂਰ ਜਸ ਪੰਜਾਬੀ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਸ਼ੇਅਰ ਕਰਨੀ ਚਾਹੀਦੀ ਹੈ। ਐਂਡ ਆਮ ਗਲੈਡ ਰਾਜਦੀਪ ਰੀਚਡ ਆਊਟ ਐਂਡ ਸਾਰਾ ਪ੍ਰੋਗਰਾਮ ਉਹਨਾਂ ਨੇ ਫੈਸਿਲਿਟੇਟ ਕੀਤਾ, ਐਂਡ ਹੀ ਬ੍ਰੌਟ ਆਲ ਆਫ ਯੂ ਹੇਅਰ ਵਿਦ ਅਸ ਟੁਡੇ। ਸੋ ਲੈਟਸ ਸਟਾਰਟ with once again ਮੇਰਾ ਫੇਵਰੇਟ ਟੌਪਿਕ, ਇੱਥੇ ਦਾ ਪੋਲੀਟੀਕਲ ਸਿਸਟਮ। ਇੱਥੇ ਪੋਲੀਟਿਕਸ ਦੇ ਵਿੱਚ ਇੱਕ ਬਹੁਤ ਇੰਟਰਸਟਿੰਗ ਇੱਕ ਚੀਜ਼ ਹੁੰਦੀ ਹੈ, ਇਟਸ ਕਾਲਡ ਦ ਕੰਗਰੈਸ਼ਨਲ ਰੈਕਰਡ, ਰਾਈਟ। ਜਦੋਂ ਵੀ ਕਾਂਗਰਸ ਦੇ ਵਿੱਚ ਜਾਂ ਕਿਸੇ ਸਟੇਟ ਹਾਊਸ ਦੇ ਵਿੱਚ ਇੱਥੇ ਦੇ ਇਲੈਕਟਿਡ ਅਫੀਸ਼ੀਅਲਸ ਕੋਈ ਚੀਜ਼ ਅਫੀਸ਼ੀਅਲ ਤੌਰ 'ਤੇ ਕਹਿੰਦੇ ਹੈ ਜਾਂ ਰੈਕਗਨਾਈਜ਼ ਕਰਦੇ, ਉਹ ਇੱਕ
ਪਰਮਨੈਂਟ ਹਿੱਸਾ ਬਣ ਜਾਂਦਾ ਹੈ ਇੱਥੇ ਦੇ ਇਤਿਹਾਸ ਦਾ। ਇਟ ਇਜ਼ ਪਰਮਨੈਂਟਲੀ ਰਿਕਾਰਡਡ ਐਜ਼ ਅ ਮੈਟਰ ਆਫ ਹਿਸਟਰੀ ਇਨ ਦਿਸ ਕੰਟਰੀਜ਼ ਅਫੀਸ਼ੀਅਲ ਰੈਕਰਡਸ। ਐਂਡ ਇਹੀ ਇੱਕ ਅਫੀਸ਼ੀਅਲ ਰੈਕਰਡ ਸਾਡੀ ਸਿੱਖ ਅਵੇਅਰਨੈਸ ਤੇ ਅਪਰੀਸ਼ੀਏਸ਼ਨ ਨੂੰ ਲੈ ਕੇ ਰੀਸੈਂਟਲੀ obtain ਕੀਤਾ ਗਿਆ। ਇਹਦੇ ਵਿੱਚ ਸਿੱਖ ਸੈਕਟਰੀਜ਼ ਦਾ ਬਹੁਤ ਵੱਡਾ ਹੱਥ ਸੀਗਾ। ਗੁਰਤੇਜ ਜੀ, ਮੈਂ ਤੁਹਾਡੇ ਨਾਲ ਸ਼ੁਰੂ ਕਰਾਂਗੀ। Tell us about this congressional record that was recently awarded. ਯਾਨੀ ਪਹਿਲਾਂ ਤਾਂ ਜਸ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਅਸ਼ਮਿਤਾ ਜੀ, ਆਲਵੇਜ਼ ਗ੍ਰੇਟਫੁਲ ਕਿ ਤੁਸੀਂ ਓਪਰਚੁਨਿਟੀਜ਼ ਦਿੰਦੇ ਆ ਇਦਾਂ ਦੇ ਟੌਪਿਕਸ ਡਿਸਕਸ ਕਰਨ ਦੀ। ਹੁਣ ਜਿੱਦਾਂ ਕਿ ਤੁਸੀਂ ਮੈਂਸ਼ਨ ਕੀਤਾ ਕੰਗਰੈਸ਼ਨਲ ਰੈਕਰਡ ਦਾ, ਸੋ ਇਹ ਵਿਲੱਖਣ ਕਿਉਂ ਆ ਜੀ? ਸੋ ਇਹ ਇਸ ਕਰਕੇ ਆ ਕਿ ਕਿਸੇ ਵੀ ਕਾਂਗਰਸਮੈਨ ਨੂੰ ਉੱਥੇ ਜਾ ਕੇ ਟਾਈਮ ਲੈਣਾ ਪੈਂਦਾ। ਟਾਈਮ ਲੈ ਕੇ ਦੈਨ ਕਾਂਗਰਸਮੈਨ ਉੱਥੇ ਬੋਲਦਾ ਹੈ ਜੀ ਵੀ ਕਿਸ ਚੀਜ਼ ਦੇ ਵਾਸਤੇ ਉਹਨੇ ਰੈਕਰਡ ਦਰਜ ਕਰਾਉਣਾ ਹੈ। ਦੈਨ ਉਹ ਕਾਂਗਰਸ ਦੀ ਲਾਇਬ੍ਰੇਰੀ ਦੇ ਵਿੱਚ ਆਲਵੇਜ਼ ਹਰੇਕ ਦੀ ਰਿਸਰਚ ਵਾਸਤੇ ਕਿਸੇ ਨੇ PhD ਕਰਨੀ ਆ। ਹੁਣ ਹਰ ਕੋਈ ਬੰਦਾ ਆਪਣੇ ਧਰਮ ਦੇ ਵੀ ਕਰਦੇ ਆ, ਕੋਈ ਵੱਖਰੇ ਧਰਮ ਦੇ ਵੀ ਕੋਈ ਰਿਸਰਚ ਕਰਨਾ ਚਾਹਣ, ਦੇਖਣਾ ਚਾਹਣ ਵੀ ਇਹਨਾਂ ਦੀਆਂ ਕੀ ਅਕੰਪਲਿਸ਼ਮੈਂਟਸ ਆ। ਅੱਜ ਤੋਂ 50 ਸਾਲ ਬਾਅਦ, ਅੱਜ ਤੋਂ 100 ਸਾਲ ਬਾਅਦ ਉਹ ਕਾਂਗਰਸ ਦੀ ਲਾਇਬ੍ਰੇਰੀ ਦੇ ਵਿੱਚੋਂ ਕਾਂਗਰੈਸ਼ਨਲ ਰੈਕਰਡ ਲੈ ਸਕਦੇ ਨੇ। ਇਹ 2 ਸਾਲ ਹੋਇਆ ਜੀ ਕੰਕਰੈਂਟਲੀ, ਪਿਛਲੇ ਸਾਲ ਵੀ ਹੋਇਆ, ਇਸ ਸਾਲ ਵੀ ਹੋਇਆ। ਕਾਂਗਰਸਮੈਨ ਜਿਹੜੇ ਸਾਡੇ ਹਲਕੇ ਦੇ ਨੇ, ਜੋਸ਼ ਹਾਰਡਰ, ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਸੈਂਟਰਲ ਵੈਲੀ ਦੇ ਵਿੱਚ ਸਿੱਖ ਕਮਿਊਨਿਟੀ ਦੀਆਂ ਕੀ ਉਪਲਬਧੀਆਂ, ਸੋ ਉਹਨਾਂ ਨੂੰ ਦਰਜ ਕਰਾਇਆ ਗਿਆ। ਹੁਣ ਥੋੜਾ ਜਿਹਾ ਮੈਂ ਦੱਸੂਗਾ ਦਰਜ ਕਰਾਉਣਾ ਕਿਉਂ ਇੰਪੋਰਟੈਂਟ ਹੈ ਜੀ। ਆਪਣੀ ਸਿੱਖ ਕਮਿਊਨਿਟੀ 1899 ਦੇ ਵਿੱਚ ਇੱਥੇ ਆਈ ਸੀਗੀ ਜੀ ਸੈਨ ਫਰਾਂਸਿਸਕੋ ਜੀ। ਤੇ ਜੇ ਤੁਸੀਂ ਸਟਾਕਟਨ ਰੈਕਰਡ ਪੜੋਗੇ ਜੀ ਨਵੰਬਰ 22 1915 ਦਾ ਜੀ, ਉਹਦੇ ਵਿੱਚ ਆਪਣੇ ਸਿੱਖ ਗੁਰੂ ਘਰ ਸਟਾਕਟਨ ਨੇ ਦਰਜ ਕਰਵਾਇਆ ਜੀ, ਮੈਂ ਕੋਟ ਕਰਦਾ ਹਾਂ, ਵੀ ਡੂ ਨਾਟ ਪਰਮਿਟ ਆਵਰ people to become charges on public charity. If a man is hungry and out of funds, we feed him. Our dining room is open at all hours of the day and is closed only for a few hours during the night. ਹੁਣ ਦੇਖੋ ਜੀ, ਅੱਜ ਤੋਂ 1915 ਦੇ ਵਿੱਚ ਸਟਾਕਟਨ ਰੈਕਰਡ ਇੱਕ ਅਖਬਾਰ ਦੇ ਵਿੱਚ ਉਹਨਾਂ ਨੇ ਦਰਜ ਕਰਾਇਆ ਕਿ ਸਿੱਖ ਕਮਿਊਨਿਟੀ, ਅਸੀਂ ਕਿਸੇ ਨੂੰ ਨਹੀਂ ਕਹਿੰਦੇ ਪਬਲਿਕ ਚਾਰਜ ਬਣੇ, ਸਾਡੇ ਲੰਗਰ ਹਰੇਕ ਲਈ ਓਪਨ ਹੈ। ਸੋ ਇਹ ਹੁਣ ਅੱਜ ਆਪਾਂ ਕਿਸ ਤਰੀਕੇ ਨਾਲ ਇਹਦੀ ਜਾਣਕਾਰੀ ਲੈ ਸਕਦੇ ਹਾਂ, ਕਿਉਂਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਡਾਕੂਮੈਂਟਡ ਹੋਈਆਂ। ਦੂਸਰੀ ਮੈਂ ਐਗਜ਼ਾਮਪਲ ਤੁਹਾਨੂੰ ਦਿੰਦਾ ਹੈ ਜੀ, ਆਪਣੇ ਜਿੱਦਾਂ ਮੈਂ ਦੱਸਿਆ 1899 ਦੇ ਵਿੱਚ ਸਿੱਖ ਆਏ ਸੀਗੇ। 1912 ਦੇ ਵਿੱਚ ਉਹਨਾਂ ਨੇ ਸੋਚਿਆ, ਉਹ ਕਹਿੰਦੇ ਵੀ ਅਸੀਂ ਕਿਉਂ ਆਪਣੀ ਕੌਮ ਐਜੂਕੇਸ਼ਨ ਵਾਸਤੇ ਆਲਵੇਜ਼ ਤਵੱਜੋ ਦਿੰਦੀ ਆ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸਕਾਲਰਸ਼ਿਪਸ ਜਾਰੀ ਕੀਤੀਆਂ ਬੇਕਰਸਫੀਲਡ ਦੇ ਵਿੱਚ ਫ੍ਰੀ ਆਫ ਕਾਸਟ। ਉਹਨਾਂ ਨੇ ਸਾਰਿਆਂ ਨਾਲੋਂ ਪਹਿਲਾਂ 7 ਸਕਾਲਰਸ਼ਿਪਸ ਦਿੱਤੀਆਂ ਇਰਰਿਸਪੈਕਟਿਵ ਆਫ ਐਨੀ ਐਥਨੀਸਿਟੀ, ਜਿਹਦੇ ਵਿੱਚੋਂ ਪਹਿਲੀਆਂ 3 ਸਕਾਲਰਸ਼ਿਪਸ ਮਿਲੀਆਂ ਹਿੰਦੂਸ ਨੂੰ, 1 ਕ੍ਰਿਸਚੀਅਨ, 1 ਸਿੱਖ ਤੇ 1 ਮੁਸਲਿਮ। ਸੋ ਕਹਿਣ ਦਾ ਭਾਵ ਇਹ ਹੈ ਕਿ 1915 ਚ ਜੋ ਹੋਇਆ, 1912 ਚ ਜੋ ਹੋਇਆ, ਇਹ ਚੀਜ਼ਾਂ ਮੈਨੂੰ ਵੀ ਨਹੀਂ ਪਤਾ ਸੀਗੀਆਂ, ਪਰ ਆਪਾਂ ਪੜ੍ਹਦੇ ਹਾਂ। ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ, ਕੋਈ ਵੀ ਦੁਨੀਆ 'ਚ ਬੈਠਾ ਚਾਹੇ ਕਿਸੇ ਵੀ ਐਥਨੀਸਿਟੀਜ਼ ਦਾ ਹੈ, ਉਹ ਦੇਖਦਾ ਆ, ਦੈਨ ਉਹ ਜਾਗਰੂਕ ਹੁੰਦਾ ਹੈ। ਬਾਕੀ ਚੀਜ਼ਾਂ ਵੀ ਵਧੀਆ ਜਿਹੜੀਆਂ ਆਪਾਂ ਕਰਦੇ ਹਾਂ, ਬਟ ਡਾਕੂਮੈਂਟਸ ਜ਼ਰੂਰ ਦਰਜ ਹੋਣੇ ਚਾਹੀਦੇ। ਕਾਂਗਰੈਸ਼ਨਲ ਰੈਕਰਡ ਦਾ ਇਹ ਮਹੱਤਤਾ ਹੈ ਜੀ। ਤੇ ਇਹ ਜੋ ਕੰਗਰੈਸ਼ਨਲ ਰੈਕਰਡ, ਇਹਦੇ ਵਿੱਚ ਨਾ ਕਿ ਸਿਰਫ ਸਿੱਖ ਅਵੇਅਰਨੈਸ ਬਟ ਸਿੱਖ ਅਪਰੀਸ਼ੀਏਸ਼ਨ ਦਾ ਵੀ ਇੱਕ ਹਿੱਸਾ ਹੈਗਾ। ਸਿੱਖਾਂ ਨੇ ਖਾਸ ਕਰਕੇ ਪਿਛਲੇ ਸਾਲ 1.5 ਸਾਲ ਦੇ ਵਿੱਚ ਆਪ ਦੀ ਇੱਕ ਖਾਸ ਜਗ੍ਹਾ ਬਣਾਈ ਹੈ ਦੁਨੀਆ ਭਰ ਦੇ ਵਿੱਚ। ਮੈਂ ਕਹਾਂਗੀ ਸਾਡੀ ਜੋ ਲੰਗਰ ਦੀ ਸੇਵਾ ਹੈਗੀ, ਉਹਦੇ ਕਰਕੇ ਕੋਵਿਡ ਦੇ ਦੌਰਾਨ ਕਿੰਨੇ ਲੰਗਰ ਕਿੰਨਿਆਂ ਨੂੰ ਵਰਤੇ ਗਏ। ਉੱਦਾਂ ਤਾਂ ਲੰਗਰ ਸਾਨੂੰ ਲੱਗਦਾ ਸਾਡੇ ਗੁਰਦੁਆਰਿਆਂ ਦੇ ਵਿੱਚ ਜ਼ਿਆਦਾਤਰ ਸਾਡੀ ਕੌਮ ਉਹਨਾਂ ਦੇ ਵਿੱਚ ਰਲਦੀ ਹੈ, ਉਹਨਾਂ ਦੇ ਵਿੱਚ ਹਿੱਸਾ ਲੈਂਦੀ ਹੈ, ਬਟ ਪਿਛਲੇ 1.5-2 ਸਾਲਾਂ ਤੋਂ ਮੈਂ ਕਹਾਂਗੀ ਸਾਰਿਆਂ ਨੇ ਇਸ ਲੰਗਰ ਨੂੰ ਅਪਣਾਇਆ, ਇਹਦੇ ਬਾਰੇ ਜਾਣਕਾਰੀ ਪਾਈ। ਇਹ ਜੋ ਸਿੱਖ ਅਵੇਅਰਨੈਸ ਐਂਡ ਅਪਰੀਸ਼ੀਏਸ਼ਨ ਦੀ ਰੈਕਗਨੀਸ਼ਨ ਹੈਗੀ, ਇਹਦੇ ਬਾਰੇ ਸਾਨੂੰ ਅਪਰੀਸ਼ੀਏਸ਼ਨ ਵਾਲੇ ਹਿੱਸੇ ਬਾਰੇ ਸਾਨੂੰ ਦੱਸੋ ਜੀ। ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਜੀ, ਆਪਣੇ ਕੋਲ ਜੇ ਆਪਾਂ ਇਕੱਲੇ ਕੈਲੀਫੋਰਨੀਆ ਦੀ ਗੱਲ ਕਰੀਏ ਜੀ, ਇੱਥੇ 58 ਗੁਰੂ ਘਰ ਨੇ ਜੀ। ਜੇ ਆਪਾਂ ਥਰੂ ਆਊਟ ਆਪਣੇ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ, ਅਪਰੋਕਸੀਮੇਟਲੀ ਆਪਣੇ ਕੋਲ 220 ਦੇ ਕਰੀਬ ਗੁਰੂ ਘਰ ਨੇ ਜੀ। ਸੋ ਇਸ ਦੌਰਾਨ ਕੋਵਿਡ ਦੀ ਆਪਦਾ ਆਈ, ਉਹਦੇ ਦੌਰਾਨ ਇਹਨਾਂ ਨੇ ਦਰਵਾਜ਼ੇ ਅੱਗੇ ਵੀ ਖੁੱਲੇ ਹੁੰਦੇ ਆ, ਪਰ ਮਲਟੀਕਲਚਰਲ ਕਮਿਊਨਿਟੀਜ਼ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਅਵੇਅਰਨੈਸ ਦਿੱਤੀ ਕਿ ਸਾਡੇ ਦਰਵਾਜ਼ੇ ਤੁਹਾਡੇ ਵਾਸਤੇ ਹਮੇਸ਼ਾ ਤੇ ਹਮੇਸ਼ਾ ਓਪਨ ਨੇ। ਉਹਨਾਂ ਨੂੰ ਮੌਕਾ ਮਿਲਿਆ ਇੱਥੇ ਆਉਣ ਦਾ, ਉਹਨਾਂ ਨੂੰ ਜਾਣਕਾਰੀ ਮਿਲੀ, ਉਹਦੇ ਉੱਤੋਂ ਉਹਨਾਂ ਨੂੰ ਲੱਗਿਆ ਵੀ ਵਾਕਈ ਇਹ ਅਦਾਰੇ ਜਿਹੜੇ ਆ ਇਹ ਸਿਰਫ ਕਲੋਜ਼ਡ ਨੇਗੇ, ਇੱਕ ਧਰਮ ਦੇ ਪਰਸਪੈਕਟਿਵ ਨਾਲ ਨੇਗੇ,
ਇਹ ਸਾਰੇ ਜਿਸ ਹਿਸਾਬ ਨਾਲ ਆਪਾਂ ਹਰਿਮੰਦਰ ਸਾਹਿਬ ਦੀ ਗੱਲ ਕਰਦੇ 4 ਦਰਵਾਜ਼ੇ ਆ, ਸੋ ਹਰ ਇੱਕ ਧਰਮ ਵਾਸਤੇ ਇੱਥੇ ਵੀ ਇਹ ਉਪਰਾਲੇ ਕੀਤੇ ਗਏ ਉਹਨਾਂ ਨੂੰ ਦੱਸਣ ਵਾਸਤੇ ਕਿ ਸਾਡੇ ਗੁਰੂ ਘਰ ਹਰੇਕ ਵਾਸਤੇ ਓਪਨ ਨੇ, ਤੁਸੀਂ ਕਿਸੇ ਹਿਸਾਬ ਨਾਲ ਵੀ ਇੱਥੇ ਵੈਲਿਊ ਲੈ ਸਕਦੇ ਆ ਜੀ। ਸੋ ਸਾਡੀਆਂ ਕਾਉਂਟੀਜ਼ ਨੇ ਉਹਨਾਂ ਨੇ ਉਪਰਾਲੇ ਕੀਤੇ, ਉਹਨਾਂ ਨੇ ਕੋਆਰਡੀਨੇਟ ਕਰਕੇ ਉੱਥੇ ਜਿੱਦਾਂ ਵੀ ਯੂਜ਼ ਕਰ ਸਕਦੇ ਕਿ ਇਨਫਰਾਸਟ੍ਰਕਚਰ ਹੈ ਜੀ ਇੱਕ ਬਣਿਆ ਹੈ, ਉਹਨੂੰ ਬੇਅੰਤ ਤਰੀਕੇ ਨਾਲ, ਹੁਣ ਨਿਊਯਾਰਕ ਦੀ ਵੀ ਗੱਲ ਕਰੀਏ ਉੱਥੇ ਕਿੰਨਾ ਬੇਅੰਤ ਲੰਗਰ ਸੰਗਤ ਨੂੰ ਦਿੱਤਾ ਗਿਆ ਗੁਰੂ ਘਰੋਂ। ਤੇ ਹੁਣ ਅਵੇਅਰਨੈਸ ਐਂਡ ਅਪਰੀਸੀਏਸ਼ਨ ਦੀ ਗੱਲ ਕਰੀਏ ਜਿੱਦਾਂ ਇਹਦਾ ਸਿਧਾਂਤ ਇਹ ਸੀਗਾ ਜੀ, ਪਹਿਲੀ ਗੱਲ ਤਾਂ ਵੀ ਸਾਨੂੰ ਸਾਡੀ ਦਸਤਾਰ ਆ, ਸਾਡਾ ਡਿਫਰੈਂਟ ਅਸੀਂ ਲੁੱਕ ਕਰਦੇ ਆ, ਬੀਅਰਡ ਆ, ਸਾਡੀ ਆਇਡੈਂਟੀਟੀ ਆ, ਉਹਦਾ ਮਤਲਬ ਕੀ ਆ ਜੀ? ਉਹਦਾ ਮਤਲਬ ਹੈਗਾ ਜਸਟਿਸ, ਇਕੁਐਲਿਟੀ ਤੇ ਡਿਗਨਿਟੀ। ਬਿਲਕੁਲ। ਸੋ ਇਹ ਚੀਜ਼ ਆਪਾਂ ਇੱਕ ਤਾਂ ਦੱਸ ਸਕਦੇ ਆ ਜੀ ਕਿਸੇ ਨੂੰ, ਪਰ ਉਹਨੇ ਯਾਦ ਭੁੱਲ ਜਾਣਾ ਉਸ ਚੀਜ਼ ਨੂੰ। ਦੂਸਰੀ ਹੈ ਕਿਊਰੀਓਸਿਟੀ, ਉਹ ਬੰਦੇ ਦੇਖੂਗੇ ਕਿ ਇਹ ਬੰਦੇ ਕੋਈ ਵਿਲੱਖਣ ਕਰ ਰਹੇ ਆ, ਲੈਟਸ ਲਰਨ ਅਬਾਊਟ them, ਇਹਨਾਂ ਬਾਰੇ ਅਸੀਂ ਗੂਗਲ ਕਰੀਏ, ਇਹਨਾਂ ਬਾਰੇ ਅਸੀਂ ਸਿੱਖੀਏ, ਇਹਨਾਂ ਬਾਰੇ ਅਸੀਂ ਪੜ੍ਹੀਏ। ਜਦੋਂ ਉਹ ਸਾਡੇ ਨਾਲ ਵਿਚਰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਬੰਦਿਆਂ ਦੀ ਵੀ ਸੇਮ ਅਮਰੀਕਨ ਵੈਲਿਊਜ਼ ਹੈਗੀਆਂ, ਉਹਦੇ ਨਾਲ ਉਹਨਾਂ ਨੂੰ ਅਵੇਅਰ ਹੁੰਦੇ ਆ। ਤੇ ਅਪਰੀਸੀਏਸ਼ਨ ਦੀ ਜਿੱਦਾਂ ਗੱਲ ਤੁਸੀਂ ਦੱਸੀ ਜੀ, ਅਪਰੀਸੀਏਸ਼ਨ ਹੁਣ ਕਮਿਊਨਿਟੀ ਦੇ ਵਿੱਚ ਬਾਕੀ ਕਮਿਊਨਿਟੀਜ਼ ਨੂੰ ਆਪਾਂ ਕਿੱਦਾਂ ਗਿਵ ਬੈਕ ਕਰਦੇ ਆ, ਸੋ ਉਹਨਾਂ ਦੇ ਨਾਲ ਆਪਾਂ ਕਿੱਦਾਂ ਰਾਬਤਾ ਕਾਇਮ ਕਰਦੇ ਆ। ਜਦੋਂ ਅਪਰੀਸ਼ੀਏਟ ਕਰਦੇ ਆ ਵੀ ਨਹੀਂ ਇਹ ਦੁੱਖ ਦਾ ਟਾਈਮ ਆ, ਇਸ ਵੇਲੇ ਸਾਨੂੰ ਸਾਰਿਆਂ ਨੂੰ ਯੂਨਾਈਟ ਹੋਣਾ ਚਾਹੀਦਾ ਆ, ਤੇ ਇਹਨਾਂ ਕੋਲ ਇੰਨੇ ਇਨਫਰਾਸਟ੍ਰਕਚਰਸ ਨੇ, ਬਿਜ਼ਨੈਸਿਸ ਦੇ ਵਿੱਚ ਨੇ, ਇਹ ਐਜੂਕੇਟਿਡ ਪੀਪਲ ਨੇ। ਜਸਟ ਅ ਸਮਾਲ ਐਗਜ਼ਾਮਪਲ ਮੈਂ ਦੇਣਾ, ਬੋਇਜ਼ੀ ਦੀ ਆਪਾਂ ਆਈਡਾਹੋ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ। ਸੋ 500 ਬੰਦਿਆਂ ਦੀ ਉੱਥੇ ਸਿੱਖ ਪਾਪੂਲੇਸ਼ਨ ਆ। ਸੋ ਪਹਿਲੀ ਵਾਰੀ ਉਹਨਾਂ ਨੇ ਰੈਕਗਨਾਈਜ਼ ਕੀਤਾ ਸਿੱਖ ਕਮਿਊਨਿਟੀ ਨੂੰ। ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਆਪਣੇ ਅਮਰੀਕਨ ਨਿਊਜ਼ਪੇਪਰਸ ਨੇ ਦਰਜ ਕੀਤੀ ਆ, ਉੱਥੇ ਗੁਰਤੇਜ ਸੰਧੂ ਨੇ ਜਿਨ੍ਹਾਂ ਦੇ 1300 ਤੋਂ ਵੱਧ ਪੈਟੈਂਟ ਨੇ ਜੀ, ਉਹਨਾਂ ਨੇ ਦਰਜ ਕੀਤਾ ਕਿ ਥਾਮਸ ਐਡੀਸਨ ਨਾਲੋਂ ਜ਼ਿਆਦਾ ਪੈਟੈਂਟ ਗੁਰਤੇਜ ਸੰਧੂ ਦੇ ਨੇ, ਜਿਹੜੇ ਕਿ ਮਾਈਕਰੋਨ ਦੇ ਵਿੱਚ ਕੰਮ ਕਰਦੇ ਜੀ। ਗੋ ਅਹੈਡ। ਜਸਟ ਗੱਲ ਹੈ ਕਿ ਆਪਣੇ ਬੰਦੇ ਹਰ ਇੱਕ ਦੇ ਵਿੱਚ ਮੱਲਾ ਮਾਰਦੇ ਨੇ ਜੀ, ਬਹੁਤ ਹੀ ਗਿਵ ਬੈਕ ਕਰਦੇ ਨੇ। ਸੋ ਉਹਨਾਂ ਨੂੰ ਅਪਰੀਸ਼ੀਏਸ਼ਨ ਇਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ, ਹਰ ਇੱਕ ਨੂੰ ਨਜ਼ਰ ਆਵੇ ਇਹ ਕਿਸ ਤਰੀਕੇ ਨਾਲ ਵੈਲਿਊ ਐਡ ਕਰਦੇ ਨੇ। ਆਈ ਲਵ ਗੁਰਤੇਜ ਤੁਸੀਂ ਸੰਧੂ ਸਾਹਿਬ ਬਾਰੇ ਇਹ ਸਾਡੇ ਨਾਲ ਥੋੜੀ ਜਿਹੀ ਜਾਣਕਾਰੀ ਸ਼ੇਅਰ ਕੀਤੀ, ਬਿਕਾਜ਼ ਥਾਮਸ ਜੈਫਰਸਨ ਇਜ਼ ਅ ਫਾਊਂਡਿੰਗ ਫਾਦਰ ਆਫ ਦਿਸ ਯੂਨਾਈਟਿਡ ਸਟੇਟਸ ਆਫ ਅਮਰੀਕਾ। ਇੱਥੇ ਦੇ ਇਤਿਹਾਸ ਦੇ ਉਹ ਇੱਕ ਮੈਂ ਕਹਾਂਗੀ ਦ ਮੋਸਟ ਪ੍ਰੋਮੀਨੈਂਟ ਫਿਗਰ ਆਫ prominent scientist, ਉਹ ਤੋਂ ਵੀ ਜ਼ਿਆਦਾ ਪੈਟੈਂਟਸ ਸਾਡੇ ਇੱਕ ਸਿੱਖ ਗੁਰਤੇਜ ਸੰਧੂ ਨੇ ਫਾਈਲ ਕੀਤੇ ਹੋਏ ਤੇ ਉਹਨਾਂ ਦੀ ਰੈਕਗਨੀਸ਼ਨ ਹੋਈ ਹੈ ਰੀਸੈਂਟਲੀ ਇਹੋ ਜਿਹੀ ਸੰਸਥਾਵਾਂ ਕਰਕੇ। ਆਈ ਹੈਵ ਮੋਰ ਕੁਐਸਚਨਸ ਟੂ ਆਸਕ, ਖਾਸ ਕਰਕੇ ਜਿੱਥੇ ਸਾਡੇ ਸਿੱਖਾਂ ਲਈ ਇੱਕ ਚੀਜ਼ ਬਹੁਤ ਅਹਿਮ ਰਹੀ ਹੈ, ਇਹ ਕਿਸਾਨ ਮੋਰਚਾ, ਇਹਦੇ ਬਾਰੇ ਵੀ ਜਾਣਕਾਰੀ ਤੇ ਮੈਂ ਕਹਾਂਗੀ ਰੈਕਗਨੀਸ਼ਨ ਤੁਸੀਂ ਫੈਲਾਈ ਹੈ ਤੇ ਹਾਸਲ ਕੀਤੀ ਹੈ, ਇਹਦੀ ਗੱਲ ਕਰਾਂਗੇ। ਸਾਰਿਆਂ ਨੂੰ ਬੇਨਤੀ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ। ਵਿਊਅਰਸ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ, ਕਨਵਰਸੇਸ਼ਨ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਦੀ ਜੋ ਜਗ੍ਹਾ ਇਸ ਮੁਲਕ ਦੇ ਵਿੱਚ ਬਣਾਈ ਜਾ ਰਹੀ ਹੈ ਉਹਦੇ ਪਿੱਛੇ ਕਿਹੋ ਜਿਹੀ ਸੰਸਥਾਵਾਂ ਡਟ ਕੇ ਲੱਗੀਆਂ ਹੋਈਆਂ, ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਬਿਹਾਈਂਡ ਦ ਸੀਨਸ, ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੇ ਜਿੱਥੇ ਮੈਂ ਸੰਸਥਾਵਾਂ ਦੀ ਗੱਲ ਕਰਦੀ ਹਾਂ, ਅੱਜ ਇੱਕ ਸੰਸਥਾ ਸਾਡੇ ਨਾਲ ਜੁੜੀ ਹੈ, ਉਹਨਾਂ ਦਾ ਨਾਮ ਹੈਗਾ ਸਿੱਖਸ of Tracy, ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਹਨ। ਇੱਕ ਵਾਰੀ ਫਿਰ ਮੈਂ ਸਾਰੇ ਵੋਲੰਟੀਅਰਸ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਗੁਰਤੇਜ ਅਟਵਾਲ ਜੀ, ਨਵਜੋਤ ਕਾਲੋਂ ਐਂਡ ਆਫ ਕੋਰਸ ਰਣਜੀਤ ਗਿੱਲ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਗੁਰਤੇਜ ਜੀ, ਤੁਸੀਂ ਸਾਨੂੰ ਬ੍ਰੇਕ ਤੋਂ ਪਹਿਲੇ ਦੱਸ ਰਹੇ ਸੀ ਕਿਉਂ ਇਹ ਕੰਮ ਇੰਨੀ ਅਹਿਮੀਅਤ ਰੱਖਦਾ ਹੈ ਕਿ ਜਿੱਥੇ ਅਸੀਂ ਕਹਿੰਦੇ ਹਾਂ, ਫਕਰ ਨਾਲ ਕਹਿੰਦੇ ਆ ਕਿ 1899 ਦੇ ਵਿੱਚ ਪਹਿਲੇ ਸਿੱਖ ਇੱਥੇ ਪਹੁੰਚੇ ਸੀ ਸੈਨ ਫਰਾਂਸਿਸਕੋ ਦੇ ਵਿੱਚ, ਉਹਦੀ ਜਾਣਕਾਰੀ ਸਾਡੇ ਕੋਲ ਸਿਰਫ ਇਸੇ ਕਰਕੇ ਹੈਗੀ। ਸਾਡੇ ਪਹਿਲੇ ਗੁਰਦੁਆਰੇ ਜੀ ਦੇ ਜੋ ਮੈਂ ਕਹਾਂਗੀ ਇੱਥੇ ਨੀਂਹ ਪੱਥਰ ਰੱਖਿਆ ਗਿਆ ਸੀ, ਉਹਦੀ ਜਾਣਕਾਰੀ ਸਾਡੇ ਕੋਲ ਅੱਜ ਇਸ ਕਰਕੇ ਹੈਗੀ ਬਿਕਾਜ਼ ਕਿਤੇ ਨਾ ਕਿਤੇ ਉਹਦਾ ਕੋਈ ਅਫੀਸ਼ੀਅਲ ਰੈਕਡ ਰਹਿੰਦਾ ਤੇ ਇਸ ਅਫੀਸ਼ੀਅਲ ਰੈਕਡ ਦੇ ਵਿੱਚ ਵੀ ਸਾਨੂੰ ਜਗ੍ਹਾ ਬਣਾਉਣੀ ਪੈਣੀ ਆਪਣੀ ਆਉਣ ਵਾਲੇ ਪੀੜ੍ਹੀਆਂ ਲਈ। ਬਟ ਇੱਕ ਇਹੋ ਜਿਹੀ ਚੀਜ਼ ਹੈਗੀ ਜੋ ਇਤਿਹਾਸ ਦੇ ਵਿੱਚ, ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਯਾਦ ਰੱਖੀ ਜਾਊਗੀ। ਸਾਡੇ ਪੰਜਾਬੀਆਂ ਲਈ, ਖਾਸ ਕਰਕੇ ਸਿੱਖਾਂ ਲਈ ਇੱਕ ਮਾਣ ਦੀ ਗੱਲ ਹੈਗੀ ਕਿ ਕਿਸ ਤਰ੍ਹਾਂ ਇਹ ਕਿਸਾਨ ਮੋਰਚਾ, ਦੁਨੀਆ ਦਾ ਸਭ ਤੋਂ ਲੰਬਾ, ਸਭ ਤੋਂ ਪੀਸਫੁਲ ਮੋਰਚਾ ਇੰਨੀ ਚਿਰ ਰੱਖਿਆ ਗਿਆ
ਤੇ ਉਹਦਾ ਜੋ ਨਤੀਜਾ ਉਹਦੇ ਵਿੱਚ ਜੋ ਜਿੱਤ ਪ੍ਰਾਪਤ ਹੋਈ ਉਹਦੀ ਅੱਜ ਅਸੀਂ ਗੱਲ ਕਰ ਸਕਦੇ ਹਾਂ। ਬਟ ਇਸ ਮੋਰਚੇ ਨੂੰ ਸਪੋਰਟ ਕਰਨ ਲਈ ਜੋ ਅਬਰੋਡ ਵਸਦੀ ਕਮਿਊਨਿਟੀ ਮੈਂਬਰ ਸੀਗੇ, ਖਾਸ ਕਰਕੇ ਇੱਥੇ USA ਦੇ ਵਿੱਚ, ਉਹਨਾਂ ਦੀ ਬਹੁਤ ਦੇਣ ਸੀਗੀ, ਉਹਨਾਂ ਦੀ ਸਪੋਰਟ ਬਹੁਤ ਵੱਡੇ ਲੈਵਲ 'ਤੇ ਇੱਕ ਰੋਲ ਨਿਭਾ ਕੇ ਗਈ ਹੈ ਇਸ ਮੋਰਚੇ ਦੇ ਵਿੱਚ। ਰਣਜੀਤ ਗਿੱਲ ਜੀ, ਮੈਂ ਤੁਹਾਡੇ ਨਾਲ ਹੁਣ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂਗੀ ਬਿਕਾਜ਼ ਤੁਸੀਂ ਇਸ ਪਾਸੇ ਇਨਵੋਲਵ ਸੀਗੇ, ਭਾਵੇਂ ਤੁਸੀਂ ਬਿਜ਼ਨਸ ਤੁਹਾਡੇ ਵੱਖ-ਵੱਖ ਹੈਗੇ, ਤੁਸੀਂ ਇਸ ਸੰਸਥਾ ਨਾਲ ਵੋਲੰਟੀਅਰ ਕਰਦੇ ਹੋ। ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਕਿਸਾਨ ਮੋਰਚੇ ਦੀ ਸਪੋਰਟ, ਖਾਸ ਕਰਕੇ ਜਿੱਥੇ ਇੱਥੇ ਦੇ ਇਲੈਕਟਿਡ ਅਫੀਸ਼ੀਅਲਸ ਨੂੰ ਨਾਲ ਇਨਵੋਲਵ ਕਰਨ ਦੀ ਗੱਲ ਆਉਂਦੀ ਹੈ, ਕਿਸ ਤਰ੍ਹਾਂ ਤੁਸੀਂ ਇਹਨੂੰ ਫੈਸਿਲਿਟੇਟ ਕੀਤਾ? ਹਾਂਜੀ, ਸਭ ਤੋਂ ਪਹਿਲਾਂ ਤਾਂ ਜਸਟ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਯਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਤੁਹਾਡਾ ਆਪਣਾ ਜੀ ਬਹੁਤ ਧੰਨਵਾਦ। ਜਿਸ ਤਰ੍ਹਾਂ ਕਿ ਕਿਸਾਨ ਮੋਰਚੇ ਦੀ ਗੱਲ ਕਰੀਏ, ਆਪਾਂ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਸਾਰੇ ਹੀ ਤੇ ਕਿਸਾਨ ਭਰਾ ਬਹੁਤ ਵਧਾਈ ਦੇ ਹੱਕਦਾਰ ਨੇ ਕਿ ਇਹ ਮੋਰਚਾ ਜਿਹੜਾ ਫਤਿਹ ਹੋਇਆ। ਤੇ ਪਰ ਲੇਕਿਨ ਇਸ ਮੋਰਚੇ ਦੇ ਪਿੱਛੇ ਜਿਹੜੀ ਜੇ ਆਪਾਂ ਦੇਖੀਏ, ਤਕਰੀਬਨ ਕੋਈ 700 ਦੇ ਕਰੀਬ ਬਲੀਦਾਨ ਤੇ ਦੁਨੀਆ ਭਰ ਦੇ ਵਿੱਚ ਰਹਿੰਦੇ ਹੋਏ ਕਿਸਾਨ ਪਸੰਦ ਲੱਖਾਂ ਨਹੀਂ ਕਰੋੜਾਂ ਹੀ ਲੋਕਾਂ ਦੇ ਜਿਹੜੇ ਆ ਯੋਗਦਾਨ ਦੇ ਨਾਲ ਇਹ ਜਿਹੜੀ ਆ ਜਿੱਤ ਹਾਸਲ ਹੋਈ ਹੈ। ਕਿਉਂਕਿ ਇੱਕ ਬੱਚੇ ਤੋਂ ਲੈ ਕੇ ਤੇ ਉੱਪਰ ਵਰਲਡ ਲੈਵਲ ਦੇ ਐਕਟਿਵਿਸਟ ਗ੍ਰੇਟਾ ਥਨਬਰਗ ਵਰਗਿਆਂ ਦੀ ਸ਼ਮੂਲੀਅਤ ਦੇ ਨਾਲ ਇਹ ਸਾਰਾ ਹੋਇਆ ਹੈਗਾ। ਤੇ ਜਿੱਥੋਂ ਤੱਕ ਗੱਲ ਕਰੀਏ ਆਪਾਂ ਲੋਕਲ ਅਫੀਸ਼ੀਅਲਸ, ਜਿਸ ਤਰ੍ਹਾਂ ਮੈਂ ਕਿਹਾ ਬੱਚੇ ਤੋਂ ਲੈ ਕੇ ਥਨਬਰਗ ਤੱਕ ਦੀ ਗੱਲ ਹੈ, ਲੋਕਲ ਅਫੀਸ਼ੀਅਲ ਇੱਥੇ ਕਾਉਂਟੀ ਕਾਉਂਸਲਮੈਨ ਤੋਂ ਲੈ ਕੇ ਮੇਅਰ, ਕਾਉਂਟੀ ਸੁਪਰਵਾਈਜ਼ਰ, ਗਵਰਨਰ, ਕਾਉਂਟੀ ਲੈਵਲ, ਸਟੇਟ ਲੈਵਲ, ਫਿਰ ਕਾਂਗਰਸ ਲੈਵਲ, ਸੈਨੇਟਰਸ, ਉਹਨਾਂ ਸਾਰਿਆਂ ਨੇ ਬਹੁਤ ਯੋਗਦਾਨ ਪਾਇਆ। ਔਰ ਇਹ ਬੜੀ ਇੱਕ ਸੁਭਾਗੀ ਗੱਲ ਹੈ ਕਿ ਇੱਥੋਂ ਦਾ ਜਿਹੜਾ ਸਿਸਟਮ ਆ ਉਹਨੂੰ ਸਾਰੇ ਬਹੁਤ ਹੀ ਨਿਰਪੱਖਤਾ ਦੇ ਨਾਲ ਨਿਭਾਉਂਦੇ ਨੇ, ਚੱਲਦੇ ਨੇ। ਤੇ ਉਹ ਜਿਹੜੀ ਜਾਇਜ਼ ਮੰਗ ਸੀਗੀ, ਹਰ ਇੱਕ ਨੇ ਸਾਨੂੰ ਇਸ ਚੀਜ਼ ਦੇ ਵਿੱਚ ਹੰਗਾਰਾ ਦਿੱਤਾ। ਬੜੇ ਤਰ੍ਹਾਂ ਦੀਆਂ ਮੂਵਮੈਂਟਸ ਜਿਹੜੀਆਂ ਚੱਲੀਆਂ, ਗੁਰੂ ਘਰਾਂ ਦੇ ਵਿੱਚ ਕਮੇਟੀਆਂ ਨੇ ਮਤੇ ਪਾਏ, ਇਕੱਠ ਕਰਕੇ ਕਿੰਨੇ ਇੱਥੇ ਰੋਡ ਸ਼ੋਅ ਕੀਤੇ, ਬਹੁਤ ਇਤਿਹਾਸਕ ਜਿਹੜੀਆਂ ਸੀਗੀਆਂ ਪਰਫਾਰਮੈਂਸਿਸ ਹੋਈਆਂ ਇਹਦੇ ਬਾਰੇ, ਤੇ ਜਿਹਦੇ ਰਿਟਰਨ ਦੇ ਵਿੱਚ ਇਹ ਆਪਾਂ ਨੂੰ ਜਿੱਤ ਹਾਸਲ ਹੋਈ ਹੈ। ਤੇ ਜੇ ਆਪਾਂ ਗੱਲ ਕਰੀਏ ਕਿ ਆਪਣੇ ਜਿਹੜੇ ਆਪਣੇ ਸੈਨੇਟਰ ਦੂਸਰਾ ਫਾਈਨਸਟਾਈਨ, ਡਾਇਨਾ ਫਾਈਨਸਟਾਈਨ, ਆਪਣੇ ਕਾਂਗਰਸਮੈਨ ਜਿੰਨੇ ਵੀ ਸੀਗੇ, ਉਹਨਾਂ ਨੇ ਸਾਰਿਆਂ ਨੇ ਬਹੁਤ ਬੜੀ ਜਿਹੜੀ ਸੀਗੀ ਵਿਸ਼ੇਸ਼ ਭੂਮਿਕਾ ਇਹਦੇ ਵਿੱਚ ਨਿਭਾਈ ਹੈ। ਔਰ ਲੋਕਲ ਲੈਵਲ ਤੇ ਗੁਰਦੁਆਰਾ ਕਮੇਟੀਆਂ ਨੇ ਵੀ ਐਜ਼ ਵੈਲ। ਤੇ ਇਹਦੇ ਨਾਲ ਕੀ ਹੋਇਆ ਕਿ ਮਤਲਬ ਜਿਹੜਾ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਪਰ ਬੜੇ ਜਿਸ ਤਰ੍ਹਾਂ ਦੀਆਂ ਕੰਪੇਨ ਚੱਲੀਆਂ, ਜਿਵੇਂ ਇੱਕ ਕੰਪੇਨ ਸੀਗੀ ਪਹਿਲਾਂ ਕਿ ਟਰੈਕਟਰ ਟੂ ਟਵਿੱਟਰ ਤੇ ਜਾਂ ਟਵਿੱਟਰ ਟੂ ਟਰੈਕਟਰ ਵਾਲੀ ਇੱਕ, ਫਿਰ ਉਸ ਤੋਂ ਬਾਅਦ ਕਿਸਾਨ ਕੇ ਮਨ ਕੀ ਬਾਤ ਸੀ, ਉਹ ਜਿਹੜੀ ਉਹਨਾਂ ਨੇ ਵੀ ਬਹੁਤ ਜਿਹੜਾ ਸੀਗਾ ਉੱਥੇ ਮਤਲਬ ਇੰਡੀਆ ਦੇ ਵਿੱਚ ਮੀਡੀਆ ਨੂੰ ਇਹ ਚੀਜ਼ ਸ਼ੋਅ ਕੀਤੀ ਕਿ ਵੀ ਅਸੀਂ ਸਾਡੇ ਪਿੱਛੇ ਬਹੁਤ ਵੱਡੀ ਜਿਹੜੀ ਹੈਗੀ ਆ ਮਦਦ ਹੈਗੀ ਆ, ਤੇ ਤੁਸੀਂ ਇਸ ਚੀਜ਼ ਨੂੰ ਤੁਹਾਨੂੰ ਇਹ ਮੰਨਣਾ ਪਏਗਾ ਕਿ ਇਹ ਜਿਹੜੇ ਕਾਨੂੰਨ ਗਲਤ ਨੇ, ਇਹਨਾਂ ਨੂੰ ਵਾਪਸ ਲੈਣਾ ਪਏਗਾ। ਤੇ ਜਿਹੜੀ ਗੁੱਡ ਥਿੰਗ ਇਹ ਹੋਈ ਕਿ ਇਹ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਜਿਹੜੇ ਜਨਮ ਦਿਨ ਵਾਲੇ ਮਹੀਨੇ ਦੇ ਵਿੱਚ ਇਹ ਪ੍ਰਾਪਤ ਹੋਇਆ, ਤੇ ਉਹਦੀ ਗੁਰੂ ਦੀ ਬਖਸ਼ਿਸ਼ ਹੋਈ ਹੈ। ਇਸ ਕਰਕੇ ਤੇ ਅਸੀਂ ਪ੍ਰਮਾਤਮਾ ਦਾ ਤਾਂ ਧੰਨਵਾਦ ਕਰਦੇ ਹੀ ਕਰਦੇ ਹਾਂ, ਪਰ ਨਾਲ ਸਾਰੇ ਜਿਨ੍ਹਾਂ ਨੇ ਵੀ ਇਹਦੇ ਵਿੱਚ ਯੋਗਦਾਨ ਪਾਇਆ, ਸਭ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਜਿਨ੍ਹਾਂ ਦੀ ਸਾਰਿਆਂ ਦੀ ਕੋਸ਼ਿਸ਼ ਦੇ ਨਾਲ ਇਹ ਜਿਹੜਾ ਸੀਗਾ ਜਿੱਤ ਹਾਸਲ ਹੋਈ ਹੈ। ਜੀ ਰਣਜੀਤ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਇਸ ਮੈਂ ਕਹਾਂਗੀ
ਮਹਾਨ ਦਿਹਾੜੇ ਦੀ ਗੱਲ ਕੀਤੀ, ਜਿੱਥੇ ਜਾ ਕੇ ਇਹ ਚੀਜ਼ ਨੂੰ ਇੱਕ ਮੈਂ ਕਹਾਂਗੀ ਇਹਦੇ ਉੱਤੇ ਇੱਕ ਵਿਕਟਰੀ ਅਸੀਂ ਜ਼ਰੂਰ ਮਨਾ ਸਕਦੇ ਹਾਂ, ਬਟ ਉਹਦਾ ਐਲਾਨ ਕੀਤਾ ਗਿਆ, ਹਲੇ ਕੰਮ ਬਾਕੀ ਹੈ ਬਟ ਐਲਾਨ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ 'ਤੇ। ਗੁਰੂ ਨਾਨਕ ਦੇਵ ਜੀ ਦੀ ਇੱਕ ਦੇਣ ਸਾਡੇ ਸਾਰਿਆਂ ਲਈ ਅੱਜ ਵੀ ਅਸੀਂ ਮਨਾਉਂਦੇ ਹਾਂ ਜ਼ੋਰ ਸ਼ੋਰ ਦੇ ਨਾਲ, ਉਹ ਹੈਗੀ ਹੈ ਲੰਗਰ ਦੀ ਭਾਵਨਾ, ਲੰਗਰ ਦੀ ਸੇਵਾ। ਐਂਡ ਭਾਵੇਂ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ, ਇੱਥੇ ਵਸਦੇ ਹਾਂ, ਇੱਥੇ ਦੇ ਤਿਉਹਾਰਾਂ ਦੇ ਵਿੱਚ ਹਿੱਸਾ ਲੈਂਦੇ ਹਾਂ, ਸਾਡੇ ਵਿੱਚ ਹਲੇ ਵੀ ਉਹੀ ਗੁਰੂ ਨਾਨਕ ਦੇਵ ਜੀ ਦਾ ਜੋ ਲੰਗਰ ਹੈ ਉਹ ਵੀ ਵਸਦਾ ਹੈ। ਐਂਡ ਤੁਸੀਂ ਇਨ ਦੋਨੋਂ ਚੀਜ਼ਾਂ ਨੂੰ ਮਤਲਬ ਕੰਬਾਈਨ ਕਰਕੇ ਇੱਕ ਸਪੈਸ਼ਲ ਥੈਂਕਸ ਗਿਵਿੰਗ, ਜੋ ਇੱਥੇ ਦਾ ਇੱਕ ਬਹੁਤ ਵੱਡਾ ਤਿਉਹਾਰ ਹੈ, ਸਾਨੂੰ ਸਾਰਿਆਂ ਨੂੰ ਪਤਾ ਥੈਂਕਸ ਗਿਵਿੰਗ ਦੀ ਇੱਕ ਬਹੁਤ ਵੱਡੀ ਫੀਸਟ ਹੁੰਦੀ ਹੈ ਤੇ ਅਗਲੇ ਦਿਨ ਸਾਰੇ ਸ਼ਾਪਿੰਗ ਕਰਨ ਜਾਂਦੇ ਹੈ, ਬਟ ਥੈਂਕਸ ਗਿਵਿੰਗ ਇੱਥੇ ਦੇ ਲੋਕਾਂ ਲਈ, ਅਮਰੀਕਨਸ ਇੱਕ ਬਹੁਤ ਇਟਸ ਅ ਬਿਗ ਹੌਲੀਡੇ। ਐਂਡ ਤੁਸੀਂ ਇਸ ਲੰਗਰ ਦੀ ਸੇਵਾ ਨੂੰ ਤੇ ਥੈਂਕਸ ਗਿਵਿੰਗ ਦੀ ਹੌਲੀਡੇ ਨੂੰ ਜੋੜ ਕੇ ਇੱਕ ਇਵੈਂਟ ਰੱਖਿਆ, ਉਹਦੇ ਬਾਰੇ ਸਾਨੂੰ ਦੱਸੋ। ਹਾਂਜੀ, ਇਹ ਵੀ ਇੱਕ ਜਿਸ ਤਰ੍ਹਾਂ ਦੇ ਗੁਰੂ ਮਹਾਰਾਜ ਦੀ ਪਰੰਪਰਾ ਜਿਹੜੀ ਹੈਗੀ ਆ ਉਸ ਨੂੰ ਮੁੱਖ ਰੱਖਦਿਆਂ ਹੋਇਆ ਸਿਕਸ ਆਫ ਟ੍ਰੇਸੀ ਨੇ 3 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀਗਾ, ਰੀਸੈਂਟਲੀ ਤਾਂ ਕੋਵਿਡ ਕਰਕੇ ਨਹੀਂ ਹੋ ਸਕਿਆ, ਪਰ ਇਸ ਸਾਲ ਜਿਹੜਾ ਸੀਗਾ ਸਮੇਂ ਨੇ ਇਜਾਜ਼ਤ ਦਿੱਤੀ ਔਰ ਉਹਦੇ ਵਿੱਚ ਬਹੁਤ ਹੀ ਸਕਸੈਸਫੁਲ ਜਿਹੜਾ ਸੀਗਾ ਇਹ ਸੀਨੀਅਰ ਸਿਟੀਜ਼ਨ ਲਈ ਕੀਤਾ ਸੀਗਾ ਵੈਸੇ, ਪਰ ਲੇਕਿਨ ਜਿਹੜੀ ਰਜਿਸਟਰ ਜਿਹੜੇ ਲੋਕ ਹੋਏ ਸੀਗੇ ਸਾਡੇ ਲਈ ਉਹ ਤਕਰੀਬਨ ਘੱਟ ਸੀਗੇ ਸਿਟੀ ਲੈਵਲ ਤੇ, ਪਰ ਐਕਚੁਅਲੀ ਜਿਹੜੇ ਨਾ ਜਦੋਂ ਆਏ ਉੱਥੇ ਲੋਕ ਹਾਜ਼ਰ ਹੋਏ ਉਹਨਾਂ ਕੋਈ ਤਕਰੀਬਨ 200 ਦੇ ਕਰੀਬ ਜਿਹੜੇ ਸੀਗੇ ਸੀਨੀਅਰ ਸਿਟੀਜ਼ਨਸ ਤੇ ਕੁਝ ਜਿਹੜੇ ਅਫੀਸ਼ੀਅਲਸ, ਸਿਟੀ ਅਫੀਸ਼ੀਅਲਸ ਉਹ ਵੀ ਆਏ ਤੇ ਉਹ ਇੱਕ ਇੰਨਾ ਵਧੀਆ ਪ੍ਰੋਗਰਾਮ ਸੀਗਾ ਕਿ ਸਾਰਿਆਂ ਦੇ ਚਿਹਰਿਆਂ ਤੇ ਜਿਹੜੀ ਖੁਸ਼ੀ ਦੇਖਣ ਵਾਲੀ ਸੀਗੀ। ਉਹ ਇੱਕ ਫਲਸਫਾ ਦੱਸਿਆ, ਬੜਾ ਯੰਗ ਜਨਰੇਸ਼ਨ ਨੇ ਵੀ ਵਿੱਚ ਬਹੁਤ ਪਾਰਟਿਸਿਪੇਟ ਕੀਤਾ, ਨਾਲ ਸਲਾਈਡਸ ਚਲਾ ਕੇ ਦੱਸਿਆ ਗਿਆ ਕਿ ਅਸੀਂ ਕੌਣ ਆ। ਤੇ ਸਾਡੀ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਉਹਨਾਂ ਲੋਕਾਂ ਨੂੰ ਜਿਹੜੇ ਕਿ ਕਦੇ ਐਂ ਲੱਗਦੇ ਸੀਗੇ ਕਿ ਮਤਲਬ ਸਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ ਹੈ, ਵੀ ਪਤਾ ਨਹੀਂ ਅਸੀਂ ਕਿਹੜੇ ਹੋਰ ਪਲੈਨਟ ਤੋਂ ਕਿਤੇ ਆਏ ਹੋਏ ਆ, ਤੇ ਉਹ ਬਾਅਦ ਦੇ ਵਿੱਚ ਉਹ ਮਤਲਬ ਜਿਸ ਤਰ੍ਹਾਂ ਕਿ ਉਹ ਇੱਕ ਤਰ੍ਹਾਂ ਜੱਫੀਆਂ ਪਾ ਕੇ ਮਿਲਣ ਵਾਲੀ ਗੱਲ ਸੀ। ਮੈਂ ਹੀ ਕਹਿਣ ਲੱਗੀ ਸੀ, ਆਈ ਸੌ ਦੋਜ਼ ਪਿਕਚਰਸ ਐਂਡ ਕਿੰਨੇ ਪਿਆਰ ਦੇ ਨਾਲ ਜਿੱਦਾਂ ਕਹਿੰਦੇ ਨਾ ਰਲ ਕੇ ਸਾਡੇ ਬਾਰੇ ਨਾ ਕਿ ਸਿਰਫ ਜਾਣਕਾਰੀ ਪਾ ਰਹੇ ਸੀ, ਬਟ ਇੱਕ ਕਿਸਮ ਦਾ ਲੰਗਰ ਸਾਡਾ ਸਾਂਝਾ ਕਰ ਰਹੇ ਸੀ। ਕਿੰਨੀ ਵਧੀਆ ਗੱਲ ਹੈ, ਇਟਸ ਸੋ ਗੁੱਡ ਟੂ ਹੀਅਰ ਦਿਸ ਐਂਡ ਆਮ ਸੋ ਗਲੈਡ ਕਿ ਤੁਸੀਂ ਸਾਰੇ ਸਾਡੇ ਨਾਲ ਜੁੜ ਕੇ ਸਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇ ਰਹੇ ਹੋ। ਭਾਵੇਂ ਤੁਸੀਂ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਕੰਮ ਕਰ ਰਹੇ ਹੋ, ਸਿਕਸ ਆਫ ਟ੍ਰੇਸੀ ਸੰਸਥਾ ਦੇ ਵਿੱਚ, ਇਹੋ ਜਿਹੀ ਚੀਜ਼ਾਂ ਸੁਣ ਕੇ ਮੈਨੂੰ ਬਿਲਕੁਲ ਯਕੀਨ ਹੈ ਕਿ ਨੇਸ਼ਨ ਵਾਈਡ ਸਾਡੇ ਵਿਊਅਰਸ ਨੋਟਸ ਬਣਾ ਰਹੇ ਕਿ ਅਸੀਂ ਵੀ ਕਿਸ ਤਰ੍ਹਾਂ ਆਪ ਦੀ ਲੋਕਲ ਕਮਿਊਨਿਟੀਜ਼ ਦੇ ਵਿੱਚ ਆਪ ਦੀ ਜਗ੍ਹਾ ਬਣਾ ਸਕਦੇ ਹਾਂ, ਕੌਮ ਦਾ ਨਾਂ ਰੌਸ਼ਨ ਕਰ ਸਕਦੇ ਹਾਂ। ਹੋਰ ਕੁਝ ਜਾਣਕਾਰੀ ਖਾਸ ਕਰਕੇ ਇੱਥੇ ਇੱਕ ਹੋਰ ਬਹੁਤ ਵੱਡਾ ਏਰੀਆ ਹੈਗਾ ਜੋ ਵੈਟਰਨਸ ਹਨ ਇਸ ਮੁਲਕ ਦੇ, ਜਿਨ੍ਹਾਂ ਦੇ ਵਿੱਚ ਸਾਡੀ ਵੀ ਕੌਮ ਦੀ ਬਹੁਤ ਗਿਣਤੀ ਹੈ, ਉਹਦੀ ਮੈਂ ਗੱਲ ਥੋੜ੍ਹੀ ਜਿਹੀ ਕਰਨਾ ਚਾਹੁੰਦੀ ਹਾਂ ਕਿਸ ਤਰ੍ਹਾਂ ਵੈਟਰਨਸ ਦੇ ਨਾਲ ਸਿਕਸ ਆਫ ਟ੍ਰੇਸੀ ਇੰਗੇਜ ਕਰ ਰਿਹਾ ਹੈ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਜੁੜੇ ਰਹੋ, ਇੱਥੇ ਦੇ ਵੈਟਰਨਸ ਨੂੰ ਲੈ ਕੇ ਕੀ ਕੁਝ ਪ੍ਰੋਜੈਕਟਸ ਸਿਕਸ ਆਫ ਟ੍ਰੇਸੀ ਕਰੇ, ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਬਾਅਦ। ਸਵਾਗਤ ਕਰਦੇ ਹਾਂ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਬਹੁਤ ਹੀ ਸਪੈਸ਼ਲ ਗੱਲ ਹੋ ਰਹੀ ਹੈ ਜਿੱਥੇ ਅਸੀਂ ਅਕਸਰ ਨਿਊਜ਼ ਔਰ ਬ੍ਰੇਕਿੰਗ ਨਿਊਜ਼ ਜਾਂ ਵੱਖ-ਵੱਖ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਜੋ ਸੰਸਥਾਵਾਂ ਸਾਡੀ ਕੌਮ ਦਾ ਨਾਂ ਰੌਸ਼ਨ ਕਰ ਰਹੀਆਂ, ਸਾਡੀ ਕੌਮ ਦੀ ਜਗ੍ਹਾ ਬਣਾ ਰਹੀਆਂ, ਉਹ ਵੀ ਇੱਕ ਕਿਸਮ ਦੀ ਖਬਰ ਹੀ ਹੈਗੀ। ਇਟਸ ਗੁੱਡ ਨਿਊਜ਼ ਐਂਡ ਇਹੋ ਜਿਹੀ ਖਬਰ ਸੁਣ ਕੇ ਸਾਨੂੰ ਸਾਰਿਆਂ ਨੂੰ ਮੋਟੀਵੇਟ ਹੋਣਾ ਚਾਹੀਦਾ ਹੈ ਕਿ ਅਸੀਂ ਕੁਝ ਕਰ ਰਹੇ ਹਾਂ, ਅਗਰ ਨਹੀਂ ਕਰ ਰਹੇ ਅਸੀਂ ਕੀ ਕਰ ਸਕਦੇ ਹਾਂ। ਕੀ ਤੁਸੀਂ ਕਰ ਸਕਦੇ ਹੋ? ਲੈਟਸ ਲਰਨ ਅਬਾਊਟ ਦੈਟ from volunteers ਸਿਕਸ ਆਫ ਟ੍ਰੇਸੀ ਦੇ ਜੋ ਸਾਡੇ ਨਾਲ ਜੁੜੇ ਹਨ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਆਈ ਲਵ ਹੀਅਰਿੰਗ ਅਬਾਊਟ ਆਲ ਦਿਸ ਸਟੱਫ, ਭਾਵੇਂ ਉਹ ਅਫੀਸ਼ੀਅਲ ਇੱਥੇ ਕੰਗਰੈਸ਼ਨਲ ਰੈਕਰਡ ਨੂੰ ਲੈ ਕੇ ਹੋਏ, ਥੈਂਕਸ ਗਿਵਿੰਗ ਦਾ, ਬਜ਼ੁਰਗਾਂ ਦਾ ਇੱਕ ਬ੍ਰੈਕਫਾਸਟ ਹੋਏ ਜਿਹਦੇ ਵਿੱਚ ਉਹਨਾਂ ਨੂੰ ਸਿੱਖਾਵਾਂ ਨੇ ਵੀ ਦੱਸਿਆ ਜਾ ਰਿਹਾ, ਇੱਕ ਕਿਸਮ ਦਾ ਲੰਗਰ ਦਿੱਤਾ ਜਾ ਰਿਹਾ ਹੈ, ਜਾਂ ਜੋ ਇੱਥੇ ਦੇ ਵੈਟਰਨਸ ਹਨ ਜਿਨ੍ਹਾਂ ਨੇ ਇੱਥੇ ਦੀ ਆਰਮਡ ਸਰਵਿਸਿਜ਼, ਮਿਲਟਰੀ, ਨੇਵੀ ਦੇ ਵਿੱਚ, ਮਰੀਨਸ ਦੇ ਵਿੱਚ ਆਪ ਦੀ ਸਰਵਿਸ ਨਿਭਾਈ ਹੈ, ਉਹਨਾਂ ਨੂੰ
ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਇੰਟਰੈਕਟ ਕਰ ਰਹੇ ਹਾਂ, ਰਾਈਟ? ਬਿਕੋਜ਼ ਸਿੱਖੀ ਦੇ ਵਿੱਚ ਇਹ ਮੈਂ ਕਹਾਂਗੀ ਸਰਵਿਸ ਦੀ ਭਾਵਨਾ ਇੱਕ ਮਿਲਟਰੀ ਦੇ ਵਿੱਚ ਆਪ ਦਾ ਤੁਸੀਂ ਕਹਿ ਲਓ ਆਪ ਦੀ ਕੁਰਬਾਨੀ ਦੇਣ ਦੀ ਜੋ ਪਰੰਪਰਾ ਹੈਗੀ ਉਹ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸੋ ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਹੈਗੀ, ਬਟ ਇੱਥੇ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ, ਇੱਥੇ ਅਮਰੀਕਨਸ ਨੂੰ ਨਹੀਂ ਪਤਾ ਕਿ ਸਿੱਖ ਇਤਿਹਾਸ ਕਿੰਨਾ ਜੁੜਿਆ ਹੋਇਆ ਹੈ ਇਸ ਸਰਵਿਸ ਦੇ ਨਾਲ। ਨਵਜੋਤ, ਤੁਸੀਂ ਖਾਸ ਕਰਕੇ ਇਸ ਪਾਸੇ ਥੋੜੀ ਜੀ ਇਨਵੋਲਵਮੈਂਟ ਰੱਖਦੇ ਹੋ, ਜਾਣਕਾਰੀ ਰੱਖਦੇ ਹੋ, ਕਿਸ ਤਰ੍ਹਾਂ ਜੋ ਵੈਟਰਨਸ ਦੇ ਨਾਲ ਇੰਟਰੈਕਟ ਕਰਨ ਦੀ ਪ੍ਰੋਗਰਾਮਸ ਹੈਗੇ ਉਹਨਾਂ ਦੇ ਵਿੱਚ ਸਿੱਖਸ ਆਫ ਟ੍ਰੇਸੀ ਕੀ ਕੁਝ ਕਰ ਰਹੀ ਹੈ, ਪਲੀਜ਼ ਸਾਨੂੰ ਦੱਸੋ। ਧੰਨਵਾਦ ਅਸ਼ਮੀਤਾ ਜੀ ਤੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਕਹਿ ਚੁੱਕੇ ਹੋ ਕਿ ਸਾਡੀ ਸਿੱਖ ਕੌਮ ਦੀ ਹਰ ਇੱਕ ਇੰਡਸਟਰੀ ਦੇ ਵਿੱਚ ਤਰੱਕੀ ਹੋ ਰਹੀ ਆ, ਪਰ ਖਾਸ ਕਰਕੇ ਮਿਲਟਰੀ ਸਰਵਿਸਿਜ਼ ਦੇ ਵਿੱਚ, ਤੇ ਸਾਡੀ ਕੌਮ ਦੀ ਕਾਫੀ ਲੰਬੀ ਹਿਸਟਰੀ ਵੀ ਹੈਗੀ ਆ ਜਿਹਦੇ ਵਿੱਚ ਅਸੀਂ ਮਿਲਟਰੀ ਸਰਵਿਸ ਕੀਤੀ ਆ, whether it's World War I, World War II, or even the American Civil War. So ਅੱਜ ਵੀ ਸਾਡੇ ਭਾਈ ਭੈਣ ਅਮਰੀਕਨ ਮਿਲਟਰੀ ਸਰਵਿਸਿਜ਼ ਦੇ ਵਿੱਚ ਸ਼ਾਮਿਲ ਨੇ, ਤੇ ਉਹ ਇੰਕਲੂਡਿੰਗ ਕਰਦੇ ਆਰਮੀ ਨੂੰ, ਨੇਵੀ ਨੂੰ, ਮਰੀਨਸ ਐਂਡ 에ਅਰ ਫੋਰਸ। ਸੋ ਸਾਡੀ ਕਮਿਊਨਿਟੀ ਦੇ ਵਿੱਚ ਟ੍ਰੇਸੀ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੈਟਰਨਸ ਦੀ ਸੇਵਾ ਕਰਨ ਦੀ, ਕਿਉਂਕਿ ਅਸੀਂ ਇਹਨਾਂ ਦੀ ਕੁਰਬਾਨੀਆਂ ਸਮਝਦੇ ਹਾਂ। ਸੋ ਸਾਲ ਵਿੱਚ ਅਸੀਂ ਕਾਫੀ ਪ੍ਰੋਗਰਾਮਸ ਵਿੱਚ ਸ਼ਾਮਿਲ ਹੁੰਦੇ ਹਾਂ ਲੋਕਲ ਆਰਗੇਨਾਈਜੇਸ਼ਨਸ ਦੇ ਨਾਲ। ਫੋਰ ਐਗਜ਼ਾਮਪਲ ਦ ਚਾਰਲਸ ਪਾਲਮਰ ਮੈਮੋਰੀਅਲ ਸਪੋਰਟ ਪ੍ਰੋਗਰਾਮ, ਅਸੀਂ ਲੰਗਰ ਬਣਾ ਕੇ ਵੈਟਰਨਸ ਨੂੰ ਸਰਵ ਕਰਦੇ ਹਾਂ, ਤੇ ਅਸੀਂ ਫਲੈਗਸ ਵੀ ਡੋਨੇਟ ਕਰਦੇ ਹਾਂ ਗਾਨ ਬਨਾ ਫੋਰਗਾਟਨ ਪ੍ਰੋਜੈਕਟ ਲਈ, ਜਿਹੜਾ ਲੋਕਲ ਆਰਗੇਨਾਈਜੇਸ਼ਨ ਹੈਗਾ ਆ ਜਨੀਸ ਸੋਟੋ ਦੇ ਨਾਲ ਲੋਕਲ ਐਕਟਿਵਿਸਟ ਨੇ ਸ਼ੁਰੂ ਕੀਤਾ। ਤੇ ਅਸੀਂ ਉਹਦੇ ਵਿੱਚ ਫਲੈਗਸ ਜਿਹੜੇ ਡੋਨੇਟ ਕਰਦੇ ਹਾਂ ਉਹਦੇ ਨਾਲ ਵੈਟਰਨਸ ਦੇ ਗ੍ਰੇਵ ਸਟੋਨਸ ਜਿਹੜੇ ਹੈਗੇ ਆ ਉਹਨਾਂ ਨੂੰ ਸਜਾਇਆ ਜਾਂਦਾ ਆ। ਤੇ ਇਸ ਨਵੰਬਰ ਅਸੀਂ ਇੱਕ ਹੋਰ ਪ੍ਰੋਗਰਾਮ ਵਿੱਚ ਭਾਗ ਲਿਆ ਸੀਗਾ, ਕਮਿਊਨਿਟੀ ਫॉर ਕੇਅਰ ਪ੍ਰੋਗਰਾਮ, ਜਿਹਦੇ ਵਿੱਚ ਸਾਡੀ ਕਮਿਊਨਿਟੀ ਨੇ ਸੌਕਸ, ਡਿਓਡੋਰੈਂਟ ਤੇ ਟਾਵਲਸ ਡੋਨੇਟ ਕੀਤੀਆਂ, ਤੇ ਅਸੀਂ ਚਿੱਠੀਆਂ ਵੀ ਲਿਖੀਆਂ ਜਿਹਦੇ ਵਿੱਚ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਥੈਂਕਸ ਕਿਹਾ, ਸਾਰੇ ਵੈਟਰਨਸ ਨੂੰ, ਸਾਰੇ ਸਰਵਿਸ ਮੈਂਬਰਸ ਨੂੰ, ਉਹਨਾਂ ਦੀ ਕੁਰਬਾਨੀਆਂ ਲਈ। ਸੋ ਸਾਡੀ ਇਹ ਕਮਿਊਨਿਟੀ ਲਈ ਬਹੁਤ ਹੀ ਖਾਸ ਸਰਵਿਸ ਆ, ਕਮਿਊਨਿਟੀ ਸਰਵਿਸ ਆ, ਤੇ ਇਹ ਵੀ ਆਸ ਹੈਗੀ ਆ ਕਿ ਸਾਡੀ ਕਮਿਊਨਿਟੀ ਹੋਰ ਅੱਗੇ ਆਵੇ, ਸਪੈਸ਼ਲੀ ਸਾਡੇ ਨੌਜਵਾਨ, ਕਿਉਂਕਿ ਸਾਡੀ ਜਿਹੜੇ ਵੈਲਿਊਜ਼ ਹੈਗੇ ਨੇ, ਸਿੱਖ ਵੈਲਿਊਜ਼ ਹੈਗੇ ਨੇ ਤੇ ਅਮਰੀਕਨ ਵੈਲਿਊਜ਼ ਸੇਮ ਨੇ, ਤੇ ਸਾਡੀ ਆਈਡੈਂਟੀਟੀ ਅੱਗੇ ਹੋਣੀ ਚਾਹੀਦੀ ਆ। ਫੋਰ ਐਗਜ਼ਾਮਪਲ ਇਕੁਐਲਿਟੀ ਫॉर ਆਲ ਤੇ ਸਰਵਿਸ। ਬਿਲਕੁਲ, ਫਰੀडम ਐਂਡ ਲਿਬਰਟੀ ਫॉर ਆਲ। ਖਾਸ ਕਰਕੇ ਜਿੱਥੇ ਤੁਸੀਂ ਇਕੁਐਲਿਟੀ ਦੀ ਗੱਲ ਕਰ ਰਹੇ ਹੋ, ਗੁਰੂ ਨਾਨਕ ਦੇਵ ਜੀ ਤੋਂ ਜੋ ਕਿ ਆਪ ਦੇ ਟਾਈਮ ਦੇ ਵਿੱਚ ਇੰਨੇ ਪ੍ਰੋਗਰੈਸਿਵ ਸੀਗੇ, ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਇੱਕ ਮਰਦ ਔਰ ਇੱਕ ਔਰਤ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਤੇ ਅਗਰ ਅੱਜ ਅਸੀਂ ਗੱਲ ਕਰਦੇ ਹਾਂ ਜੋ ਮਿਲਟਰੀ ਸਰਵਿਸ ਹੈ, ਐਂਡ ਯੂ ਨੋ ਆਮ ਸੋ ਗਲੈਡ ਯੂ ਆਰ ਮੇਕਿੰਗ ਥੀਜ਼ ਇਨਰੋਡਸ, ਬਿਕੋਜ਼ ਇਹੋ ਜਿਹੇ ਇੰਗੇਜਮੈਂਟਸ ਦੇ ਨਾਲ ਜੋ ਸਾਡੇ ਬੱਚੇ ਹਨ ਜਿਨ੍ਹਾਂ ਨੇ ਮਿਲਟਰੀ ਦੇ ਵਿੱਚ ਸਰਵਿਸ ਕਰਨੀ ਹੈ, ਉਹਨਾਂ ਨੇ ਦਰਵਾਜ਼ੇ ਖੁੱਲ੍ਹਦੇ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਸਰੂਪ ਦੇ ਵਿੱਚ ਸਾਡੇ ਬੱਚਿਆਂ ਨੂੰ ਸਰਵਿਸ ਕਰਨ ਦਾ ਮੌਕਾ ਮਿਲਣਾ ਚਾਹੀਦਾ, ਉਹਨਾਂ ਨੂੰ ਕੋਈ ਤਕਲੀਫ ਨਹੀਂ ਆਉਣੀ ਚਾਹੀਦੀ ਹੈ ਅਗਰ ਉਹ ਦਸਤਾਰ ਬੰਨ੍ਹ ਕੇ ਮਿਲਟਰੀ ਦੇ ਵਿੱਚ ਜਾਂ 에ਅਰ ਫੋਰਸ ਦੇ ਵਿੱਚ ਸਰਵ ਕਰਨਾ ਚਾਹੁੰਦੇ ਹੈ। ਇਟਸ ਇੰਗੇਜਮੈਂਟਸ ਲਾਈਕ ਦਿਸ that pave the road for that. So I'm so glad you're doing this. And once again, ਇੱਕ ਬਹੁਤ ਵੱਡੀ ਚੀਜ਼ ਇੱਥੇ ਹਾਈਲਾਈਟ ਹੁੰਦੀ ਹੈ ਕਿ ਅਸੀਂ ਐਂਡ ਤੁਸੀਂ ਸਾਡੇ ਵਿੱਚ ਇੰਨਾ ਫਰਕ ਨਹੀਂ ਹੈ ਕਿ ਇੱਥੇ ਅਮਰੀਕਨਸ ਤੇ ਅਸੀਂ ਲੱਗਦੇ ਜ਼ਰੂਰ ਵੱਖਰੇ ਹੋਣ, ਬਟ ਜੋ ਉਹਨਾਂ ਦਾ ਵੈਲਿਊ ਸਿਸਟਮ ਹੈ ਤੇ ਜੋ ਸਾਡਾ ਹੈ ਉਹ ਇੱਕੋ ਜਿਹਾ ਹੀ ਹੈ। ਐਂਡ ਅਗਰ ਉਹਨਾਂ ਨੂੰ ਨਹੀਂ ਪਤਾ ਦੈਨ ਯੂ ਨੋ ਸਾਨੂੰ ਦੱਸਣਾ ਚਾਹੀਦਾ ਹੈ। ਐਂਡ ਆਮ ਗਲੈਡ ਯੂ ਗਾਈਜ਼ ਆਰ ਡੂਇੰਗ ਦੈਟ ਵਰਕ। ਯੂ ਨੋ ਆਲ ਆਫ ਦਿਸ ਸਟਫ, there is so much more ਜੋ ਸਿੱਖਸ ਆਫ ਟ੍ਰੇਸੀ ਕਰ ਰਹੀ ਹੈ। ਇਨ ਫੈਕਟ ਯੂ ਨੋ ਤੁਸੀਂ ਗੁਰਤੇਜ ਸੰਧੂ ਜੀ ਦੀ ਗੱਲ ਕੀਤੀ, ਬੋਇਜ਼ੀ ਆਈਡਾਹੋ ਜੋ ਕਿ ਇੱਕ ਯੂ ਨੋ ਇੰਨੀ ਕੋਈ ਵੱਡੀ ਸਟੇਟ ਨਹੀਂ ਹੈਗੀ, ਉੱਥੇ ਉੱਦਾਂ ਵੀ ਆਬਾਦੀ ਜ਼ਿਆਦਾ ਨਹੀਂ ਆ, ਅਤੇ ਸਾਡੀ ਕਮਿਊਨਿਟੀ ਦੀ ਆਈ ਥਿੰਕ ਗੁਰਤੇਜ ਜੀ ਤੁਸੀਂ ਕਹੇ ਸੀ ਲਾਈਕ ਲਗਭਗ 500 ਕਮਿਊਨਿਟੀ ਮੈਂਬਰਸ ਹੋਣੇ ਉੱਥੇ, ਬਟ ਫਿਰ ਵੀ ਉਹਨਾਂ ਨੇ ਆਪ ਦੀ ਛਾਪ ਉੱਥੇ ਰੱਖੀ ਹੋਈ ਹੈ, ਮੈਂ ਕਹਾਂਗੀ ਪਹਿਚਾਨ ਬਣਾਈ ਹੈ। I want to talk a little bit about this because this is a really big deal, ਖਾਸ ਕਰਕੇ since you compared ਗੁਰਤੇਜ ਸੰਧੂ ਜੀ to Thomas Jefferson, this is such a big deal. ਇੱਕ ਹੋਰ ਨਿੱਕੇ ਜਿਹੇ ਵਕਫੇ ਲਈ ਇੱਥੇ ਰੁਕ ਰਹੇ ਹਾਂ, ਪਲੀਜ਼ ਸਾਰੇ ਇਸ ਤਰ੍ਹਾਂ ਜੁੜੇ ਰਹੋ, ਵਿਊਅਰਸ ਤੁਸੀਂ ਵੀ ਜੁੜੇ ਰਹੋ। ਕਿਸ ਤਰ੍ਹਾਂ ਗੁਰਤੇਜ ਸੰਧੂ ਤੇ ਟਾਮਸ ਜੈਫਰਸਨ ਇਸ ਮੁਲਕ ਦੇ ਇਤਿਹਾਸ ਦੇ ਵਿੱਚ ਇੱਕ ਜਗ੍ਹਾ ਸ਼ੇਅਰ ਕਰਦੇ, ਉਹਦੀ ਗੱਲ ਕਰਾਂਗੇ ਬ੍ਰੇਕ ਤੋਂ ਇਸ ਵਾਰ।
ਗੱਲ ਹੋ ਰਹੀ ਹੈ ਸਾਡੀ ਸਿੱਖ ਕੌਮ ਦੀ ਇਸ ਮੁਲਕ ਦੇ ਵਿੱਚ ਕੀ ਆਈਡੈਂਟੀਟੀ ਹੈ ਕਿ ਕੀ ਪਹਿਚਾਨ ਹੈ ਕਿਨ ਅਹੁਦਿਆਂ ਤੇ ਸਾਡੇ ਕਮਿਊਨਿਟੀ ਮੈਂਬਰਸ ਪਹੁੰਚੇ ਅਤੇ ਕਿਸ ਤਰ੍ਹਾਂ ਦੀ ਰੈਕਗਨੀਸ਼ਨ ਉਹਨਾਂ ਨੂੰ ਮਿਲ ਰਹੀ ਹੈ ਇਹ ਜੋ ਸਾਰੇ ਕੰਮ ਹੈਗੇ ਇਹ ਕੋਈ ਸੰਸਥਾ ਜਾਂ ਕੋਈ ਇੰਡੀਵਿਜੂਅਲ ਅਕੇਲਾ ਨਹੀਂ ਕਰਦਾ ਇਹ ਇੱਕ ਟੀਮ ਐਫਰਟ ਹੁੰਦੀ ਹੈ ਹਰ ਇੱਕ ਸੰਸਥਾ ਦੇ ਵਿੱਚ ਇੱਕ ਟੀਮ ਹੁੰਦੀ ਹੈ ਹਰ ਇੱਕ ਸਕਸੈਸਫੁਲ ਇੰਡੀਵਿਜੂਅਲ ਪਿੱਛੇ ਇੱਕ ਟੀਮ ਹੁੰਦੀ ਹੈ ਸੋ ਆਮ ਸੋ ਗਲੈਡ ਕਿ ਅੱਜ ਸਾਡੇ ਨਾਲ ਇੱਕ ਟੀਮ ਆਫ ਵੋਲੰਟੀਅਰਸ ਜੁੜੀ ਹੈ ਇਨ ਵੱਖ-ਵੱਖ ਇਨੀਸ਼ੀਏਟਿਵਸ ਬਾਰੇ ਜਾਣਕਾਰੀ ਦੇਣ ਲਈ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ ਥੈਂਕ ਯੂ ਸੋ ਮਚ ਤੁਸੀਂ ਸਾਰੇ ਸਾਡੇ ਲਈ ਟਾਈਮ ਕੱਢ ਕੇ ਇੱਥੇ ਜੁੜੇ ਵੀ ਨੋ ਯੂ ਹੈਵ ਅ ਲੋਟ ਔਨ ਯੂਰ ਪਲੇਟ ਤੁਸੀਂ ਫੁੱਲ ਟਾਈਮ ਜੌਬਸ ਵੀ ਰੱਖਦੇ ਹੋ ਤੇ ਵੋਲੰਟੀਅਰ ਵੀ ਕਰਦੇ ਹੋ ਕੌਮ ਦੀ ਸੇਵਾ ਕਰ ਰਹੇ ਹੋ ਥੈਂਕ ਯੂ ਸੋ ਮਚ ਵਨਸ ਅਗੇਨ ਗੁਰਤੇਜ ਅਟਵਾਲ ਜੀ ਨਵਜੋਤ ਕਾਲੋਂ ਐਂਡ ਰਣਜੀਤ ਗਿੱਲ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਇਨ ਕੰਮਾਂ ਦੇ ਵਿੱਚ ਲੱਗੇ ਰਹੋ ਤੇ ਸਾਡੇ ਨਾਲ ਆ ਕੇ ਇਹਨਾਂ ਦੀ ਗੱਲਾਂ ਬਾਤਾਂ ਵੀ ਸਾਂਝੀ ਕਰਦੇ ਰਹੋ ਗੁਰਤੇਜ ਜੀ ਮੈਂ ਤੁਹਾਡੇ ਤੋਂ ਹੁਣ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਹਾਂ ਬੋਇਜ਼ੀ ਆਈਡਾਹੋ ਦੀ ਗੱਲ ਕਰੀਏ ਛੋਟਾ ਜਿਹਾ ਸ਼ਹਿਰ ਇੱਕ ਛੋਟੀ ਜਿਹੀ ਸਟੇਟ ਦੇ ਵਿੱਚ ਜਿੱਥੇ ਸਾਡੀ ਛੋਟੀ ਜਿਹੀ ਕਮਿਊਨਿਟੀ ਵਸਦੀ ਹੈ ਬਟ ਇੰਨਾ ਵੱਡਾ ਨਾਮ ਕਮਾਇਆ ਹੈ ਗੁਰਤੇਜ ਸੰਧੂ ਜੀ ਨੇ ਕਿ ਉਹਨਾਂ ਨੂੰ ਟਾਮਸ ਜੈਫਰਸਨ ਜੋ ਕਿ ਇਸ ਮੁਲਕ ਦੇ ਫਾਊਂਡਿੰਗ ਫਾਦਰ ਹਨ ਉਹਨਾਂ ਦੇ ਨਾਲ ਕੰਪੇਅਰ ਕੀਤਾ ਗਿਆ ਇਹਨਾਂ ਦੇ ਬਾਰੇ ਸਾਨੂੰ ਦੱਸੋ ਜੀ ਬੋਇਜ਼ੀ ਆਈਡਾਹੋ ਦੇ ਵਿੱਚ ਆਪਣੇ 500 ਦੇ ਕਰੀਬ ਸਿੱਖ ਪਾਪੂਲੇਸ਼ਨ ਹੈ ਜਿਹੜੇ 15 ਤੋਂ 20 ਸਾਲ ਤੋਂ ਉੱਥੇ ਰਹਿ ਰਹੇ ਨੇ ਸੋ ਹੁਣ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਟ੍ਰਿਗਰਿੰਗ ਪੁਆਇੰਟ ਹੁੰਦਾ ਹੈ ਜੀ ਹਰ ਕੋਈ ਵੋਲੰਟੀਅਰਿੰਗ ਕਰਦਾ ਹੈ ਜਿੱਦਾਂ ਹੁਣ ਆਪਾਂ ਦੱਸਦੇ ਹਾਂ ਡਾਕਟਰਸ ਇੰਜੀਨੀਅਰਸ ਸਾਡੇ ਕੋਲ ਬਿਜ਼ਨਸ ਪੀਪਲ ਫਾਰਮਰਸ ਸਾਰੇ ਸਾਡੀ ਕਮਿਊਨਿਟੀ ਦੇ ਵਿੱਚ ਹੈਗੇ ਜਿਹੜੇ ਵੈਲਿਊ ਐਡ ਕਰਦੇ ਆ ਹੁਣ ਗੁਰਤੇਜ ਸੰਧੂ ਜੀ ਇਹ ਇੱਕ ਇੰਜੀਨੀਅਰ ਨੇ ਮਾਈਕਰੋਨ ਦੇ ਵਿੱਚ ਜਿਨ੍ਹਾਂ ਦੇ 1300 ਤੋਂ ਵੱਧ ਪੈਟੈਂਟ ਨੇ ਜਿਹੜੇ ਥਾਮਸ ਐਡੀਸਨ ਨਾਲੋਂ ਜ਼ਿਆਦਾ ਨੇ ਜਿਹੜੇ ਕਿ ਉਹਨਾਂ ਦੀਆਂ ਅਖਬਾਰਾਂ ਨੇ ਦਰਜ ਕੀਤੇ ਆ ਰੈਕਗਨਾਈਜ਼ ਕੀਤੇ ਆ ਜੀ ਸੋ ਇਹ ਕਲੈਕਟਿਵ ਐਫਰਟ ਹੈ ਜੀ ਹੋਰ ਵੀ ਵੋਲੰਟੀਅਰਸ ਇੱਕ ਮੈਂ ਹੋਰ ਵੋਲੰਟੀਅਰਿੰਗ ਫੈਮਿਲੀ ਦੀ ਗੱਲ ਕਰੂੰਗਾ ਆਪਾਂ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੰਨੇ ਸਾਲਾਂ ਬਾਅਦ ਇੱਕ ਸਟੇਟ ਜਿੱਥੇ ਆਪਣੀ ਸਿੱਖ ਪੋਪੂਲੇਸ਼ਨ ਬਹੁਤ ਜ਼ਿਆਦਾ ਘੱਟ ਆ ਸਰੂਪ ਦੇ ਵਿੱਚ ਦੇਖਣ ਵਾਲੇ ਬੰਦੇ ਬਹੁਤ ਘੱਟ ਆ ਸਰਦਾਰ ਗੁਰਤੇਜ ਸੰਧੂ ਉਹ ਪੂਰੇ ਸਰੂਪ ਦੇ ਵਿੱਚ ਨੇ ਹੋਰ ਫੈਮਿਲੀਜ਼ ਬਹੁਤ ਘੱਟ ਜਿਹੜੀਆਂ ਸਰੂਪ ਦੇ ਵਿੱਚ ਨਜ਼ਰ ਆਉਂਦੀਆਂ ਉਹਨਾਂ ਨੇ ਜਦੋਂ ਆਪਾਂ ਇੰਟਰੈਕਟ ਕਰਦੇ ਹਾਂ ਉਹ ਦੱਸਦੇ ਆ ਕਿ ਜਦੋਂ ਅਸੀਂ ਕਿਤੇ ਸ਼ਾਪਿੰਗ ਕੰਪਲੈਕਸ ਕਿਤੇ ਬਾਹਰ ਜਾਂਦੇ ਆ ਪਹਿਲਾਂ ਉਹਨਾਂ ਨੂੰ ਕਿੱਦਾਂ ਦੀਆਂ ਔਕੜਾਂ ਆਈਆਂ ਦੈਨ ਉਹ ਕਮਿਊਨਿਟੀ 'ਚ ਕਿੱਦਾਂ ਇਨਵੋਲਵ ਹੋਏ ਤੇ ਕਿੱਦਾਂ ਚੀਜ਼ਾਂ ਚੇਂਜ ਹੋਈਆਂ ਹੁਣ ਟ੍ਰਿਗਰਿੰਗ ਪੁਆਇੰਟ ਦੀ ਗੱਲ ਕਰਨਾ ਜੀ ਇੱਕ ਹੋਰ ਪਰਿਵਾਰ ਜਿਨ੍ਹਾਂ ਦੇ ਬਹੁਤ ਜ਼ਿਆਦਾ ਯੋਗਦਾਨ ਹੈ ਜੀ ਸਰਦਾਰ ਮਿਹਰ ਸਿੰਘ ਤੇ ਸੁਖਵਿੰਦਰ ਕੌਰ ਸੋ ਇਹ 2011 ਦੇ ਦੌਰਾਨ ਇੱਥੇ ਐਲਗਰੋਵ ਦੇ ਵਿੱਚ ਸੀਗੇ ਇਹਨਾਂ ਵਾਸਤੇ ਇੱਕ ਟ੍ਰਿਗਰਿੰਗ ਪੁਆਇੰਟ ਸੀਗਾ ਜੇ ਤੁਹਾਨੂੰ ਖਿਆਲ ਹੋਵੇ ਆਪਣੇ ਮਾਰਚ 4 2011 ਦੇ ਵਿੱਚ ਬਹੁਤ ਹੀ ਅਣਸੁਖਾਵੀ ਘਟਨਾ ਹੋਈ ਸੀਗੀ ਜਿਹਦੇ ਵਿੱਚ ਦੋ ਵਸਨੀਕ ਆਪਣੇ ਸਿੱਖ ਹੈਰੀਟੇਜ ਸਿੱਖ ਭਾਈਚਾਰੇ ਦੇ ਉਹਨਾਂ ਨੂੰ ਸੈਂਸਲੈਸ ਉਹਨਾਂ ਦਾ ਮਰਡਰ ਕਰਤਾ ਗਿਆ ਸੀਗਾ ਸੋ ਇਹ ਸਰਦਾਰ ਮਿਹਰ ਸਿੰਘ ਇਹ ਆਮ ਵਸਨੀਕ ਨੇ ਜੀ ਇਹ ਆਪਣੇ ਅਰਾਊਂਡ 45 ਦੇ ਆਪਣੇ ਇੰਡੀਆ ਤੋਂ ਇੱਥੇ ਆਏ ਇੱਥੇ ਆ ਕੇ ਜਿਹੜਾ ਉੱਥੇ ਕੰਮ ਕਰਦੇ ਸੀਗੇ ਉਹ ਇੱਥੇ ਕੰਮ ਹੈ ਨਹੀਂ ਸੀਗਾ ਦੈਨ ਹੀ ਸਟਾਰਟਡ ਫਰਮ ਸਕ੍ਰੈਚ ਉਹਨਾਂ ਨੇ ਸਕ੍ਰੈਚ ਤੋਂ ਆਪਣੇ ਇੰਡਸਟਰੀ ਦੇ ਵਿੱਚ ਸ਼ੁਰੂ ਕੀਤਾ ਫੂਡ ਇੰਡਸਟਰੀ ਦੇ ਵਿੱਚ ਰੈਸਟੋਰੈਂਟ ਦੇ ਵਿੱਚ 2011 ਐਲਗਰੋਵ ਦੀ ਘਟਨਾ ਨੇ ਇਹਨੂੰ ਇੰਨਾ ਪ੍ਰਭਾਵਿਤ ਕੀਤਾ ਇਹਨਾਂ ਨੂੰ ਮੌਕਾ ਮਿਲਿਆ ਬੋਇਜ਼ੀ ਆਈਡਾਹੋ ਸ਼ਹਿਰ ਦੇਖਣ ਦਾ ਉਹਦੇ ਵਿੱਚ ਮੈਂ ਜ਼ਿਕਰ ਕਰੂੰਗਾ ਇੱਕ ਹੈਰੀਟੇਜ ਬਿਲਡਿੰਗ ਹੈ ਜੀ 1901 ਦੇ ਵਿੱਚ ਬਣੀ ਸੀਗੀ ਜਿਹਦਾ ਨਾਮ ਹੈਗਾ ਆਈਡਨਹਾ IDANHA ਜੇ ਕੋਈ ਗੂਗਲ ਵੀ ਕਰੂਗਾ ਉਹਨੂੰ ਸੋ ਇਹ ਬਿਲਡਿੰਗ ਇਹਦਾ ਆਈਡਨਹਾ ਦਾ ਮਤਲਬ ਹੈ ਸਪਿਰਿਟ ਆਫ ਹੀਲਿੰਗ ਵਾਟਰਸ ਇਹ ਉਹਨਾਂ ਦੇ ਡਾਊਨਟਾਊਨ ਦੇ ਵਿੱਚ ਹੈ ਜੀ 10th ਤੇ ਮੇਨ ਸਟਰੀਟ ਦੇ ਵਿੱਚ ਆਈਡਨਹਾ ਬਿਲਡਿੰਗ ਇਹਨਾਂ ਨੂੰ ਉੱਤੇ ਦੇਖਣ ਦਾ ਮੌਕਾ ਮਿਲਿਆ ਉਹ ਹੈਰੀਟੇਜ ਬਿਲਡਿੰਗ ਸੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਪੁਰਾਣਾ ਸੁਣਨ ਚਾਹੁੰਦੀਆਂ ਸਰਾਵਾਂ ਹੁੰਦੀਆਂ ਸੀਗੀਆਂ ਜਦੋਂ ਵੀ ਕੋਈ ਮੌਕਾ ਹੁੰਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਦੇ ਸੀਗੇ ਸਰਾਂ ਬਣਾਈ ਜਾਂਦੀ ਸੀ ਰੈਸਟ ਕਰਨ ਵਾਸਤੇ ਫੂਡ ਵਾਸਤੇ ਸੋ ਸਿਮਿਲਰ ਕਨਸੈਪਟ 1901 ਦੇ ਵਿੱਚ ਇਹ ਆਈਡਨਹਾ ਬਿਲਡਿੰਗ ਬਣਾਈ ਗਈ ਸੋ ਇਹ ਸਰਦਾਰ ਮਿਹਰ ਸਿੰਘ ਨੇ ਜਦੋਂ ਇਹ ਦੇਖਿਆ ਇਹਨਾਂ ਨੂੰ ਇੱਕ ਓਪਰਚੁਨਿਟੀ ਉਹਦੇ ਵਿੱਚ ਨਜ਼ਰ ਆਈ ਉਹ ਕਹਿੰਦੇ ਵੀ ਵਾਈ ਨਾਟ ਇਹਦੇ ਵਿੱਚ ਆਪਾਂ ਇੱਕ ਰੈਸਟੋਰੈਂਟ ਦੇ ਤਰੀਕੇ ਦੇ ਨਾਲ ਇੱਕ ਸਰਾਂ ਦੇ ਤਰੀਕੇ ਦੇ ਨਾਲ ਇਹਨੂੰ ਚਲਾਇਆ ਜਾਵੇ ਕਿਉਂਕਿ ਆਲਰੇਡੀ ਉਹ 'ਚ ਐਗਜ਼ਿਸਟਿੰਗ ਰੈਸਟੋਰੈਂਟ ਸੀਗੇ ਬਟ ਜਿਹੜੇ ਉਸ ਤਰੀਕੇ ਨਾਲ ਨਹੀਂ ਚੱਲ ਰਹੇ ਸੀਗੇ ਇਹਨਾਂ ਨੇ ਮਿਹਨਤ ਕੀਤੀ ਅੱਜ ਤੋਂ 13 ਸਾਲ ਪਹਿਲਾਂ ਜਾ ਕੇ ਉੱਥੇ ਇਹਨਾਂ ਨੇ ਅੰਤ ਤੱਕ ਮਿਹਨਤ ਕੀਤੀ ਇੱਕ ਟਾਊਨ ਦੇ ਵਿੱਚ ਜਿੱਥੇ ਪੰਜਾਬੀ ਪੋਪੂਲੇਸ਼ਨ ਨੇ ਆਪਣੀ ਪਛਾਣ ਬਣਾਈ ਇਹਦੇ ਨਾਲ ਹੀ ਇਹ ਸੁਸਾਇਟੀ ਦੇ ਵਿੱਚ ਵਿਚਰੇ ਹਰ ਮਹੀਨੇ 150 ਤੋਂ 200 ਬੰਦਿਆਂ ਦੇ ਵਾਸਤੇ ਫੂਡ ਫ੍ਰੀ ਆਫ ਕਾਸਟ ਡੋਨੇਟ ਕਰਦੇ ਆ ਜੀ ਸੋ ਉੱਥੇ ਇੱਕ ਆਪਣੇ ਹੈਗੀ ਆ ਰਿਵਰ ਆਫ ਲਾਈਫਸ ਇਨ ਆਈਡਾਹੋ ਇਨ ਬੋਇਜ਼ੀ ਉੱਥੇ ਹਰ ਮਹੀਨੇ ਵਿਦਆਊਟ ਐਨੀ ਕੁਐਸਚਨ ਇਹ ਡੋਨੇਟ ਕਰਦੇ ਸੋ ਇਦਾਂ ਦੀਆਂ ਚੀਜ਼ਾਂ ਜੁੜੀਆਂ
ਆਪਣੇ ਸਰਦਾਰ ਗੁਰਤੇਜ ਸੰਧੂ ਉਹਨਾਂ ਦਾ ਯੋਗਦਾਨ ਬੋਇਜ਼ੀ ਤੱਕ ਹੀ, ਆਪਣੇ ਮੁਲਕ ਤੱਕ ਹੀ, ਆਪਣੇ ਵਰਲਡ ਨੂੰ। ਤੇ ਇਹਨਾਂ ਇੱਕ ਛੋਟੇ ਇੱਕ ਰੈਸਟੋਰੈਂਟ ਦਾ ਜਿਹੜਾ ਕਿ ਆਈਡਨਹਾ ਬਿਲਡਿੰਗ ਦੇ ਵਿੱਚ ਆ, ਬੋਇਜ਼ੀ ਗ੍ਰਿਲ ਨਾਂ ਤੋਂ ਆ, ਇਹਨਾਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਗਿਵਿੰਗ ਬੈਕ ਟੂ ਕਮਿਊਨਿਟੀ। ਇਹਨਾਂ ਨੂੰ ਰੈਕਗਨਾਈਜ਼ ਕਰਦਿਆਂ ਹੋਇਆਂ ਇਸ ਵਾਰੀ ਪਹਿਲੀ ਵਾਰ ਹੋਇਆ ਕਿ ਸਿਟੀ ਦਾ ਜਿਹੜਾ ਮੇਅਰ ਸੀਗਾ ਆਪਣੇ ਸਟਾਫ ਨੂੰ ਲੈ ਕੇ ਇਹਨਾਂ ਦੇ ਰੈਸਟੋਰੈਂਟ ਤੇ ਆਇਆ। ਬਾਕੀ ਹੋਰ ਪੰਜਾਬੀ ਬੰਦਿਆਂ ਨੂੰ ਇਨਵਾਈਟ ਕੀਤਾ ਗਿਆ, ਉਹਨਾਂ ਨੇ ਇਹਨਾਂ ਨੂੰ ਰੈਕਗਨਾਈਜ਼ ਤੇ ਅਪਰੀਸ਼ੀਏਟ ਕੀਤਾ। ਸਿੱਖ ਅਵੇਅਰਨੈਸ ਤੇ ਅਪਰੀਸ਼ੀਏਸ਼ਨ ਮੰਥ ਜਿਹੜਾ ਨਵੰਬਰ ਦਾ ਆਪਣੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੇ ਉੱਤੇ। ਸੋ ਇਹ ਹੋਇਆ ਕਿਸ ਤਰੀਕੇ ਨਾਲ ਜੀ, ਇੱਕ ਜਿਹੜਾ ਆਪਾਂ ਫਿਲਾਸਫੀ ਜਿਹਨੂੰ ਆਪਾਂ ਸਾਰੇ ਫੋਲੋ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸੋ ਜਦੋਂ ਆਪਾਂ ਗਿਵ ਬੈਕ ਕਰਦੇ ਹਾਂ ਜੀ, ਉਹਦਾ ਸਾਨੂੰ ਰੈਕਗਨੀਸ਼ਨ ਮਿਲਦੀ ਆ। ਸੋ ਇਹ ਰੈਕਗਨੀਸ਼ਨ ਦਾ ਸਾਨੂੰ ਕੀ ਫਾਇਦਾ ਹੋਊਗਾ? ਸਾਡੀ ਡਿਫਰੈਂਟ ਆਈਡੈਂਟੀਟੀ ਜਿਹੜੀ ਆ, ਸਾਡੀ ਦਸਤਾਰ, ਸਾਡੀ ਬੀਅਰਡ, ਉਹਦਾ ਇਹਨਾਂ ਨੂੰ ਪਤਾ ਲੱਗੂਗਾ ਕਿ these people have same American values. Absolutely. And not only same American values, but ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇਸ ਮੁਲਕ ਨੂੰ ਕਿੰਨੀ ਪ੍ਰੋਬਲਮਾਂ ਹੈਗੀਆਂ, ਸਾਡੀ ਕੌਮ ਕੁਝ ਪੋਜ਼ਿਟਿਵ ਇੰਪੈਕਟ, ਕੁਝ ਪੋਜ਼ਿਟਿਵ ਚੇਂਜ ਲੈ ਕੇ ਆ ਸਕਦੀ ਹੈ ਇੱਥੇ ਦੇ ਰਹਿਣ ਵਾਲਿਆਂ ਲਈ, ਇੱਥੇ ਦੇ ਜੋ ਅਮਰੀਕਨਸ ਹੈ ਉਹਨਾਂ ਲਈ। ਯੂ ਨੋ ਇਟਸ ਵਾਂਸ ਅਗੇਨ ਮੈਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਇਨ ਸਾਰੀ ਚੀਜ਼ਾਂ ਨੂੰ ਸੁਣ ਕੇ। ਬਿਲਕੁਲ ਮੈਨੂੰ ਕੌਨਫੀਡੈਂਸ ਹੈਗਾ ਕਿ ਸਾਡੇ ਵਿਊਅਰਸ ਨੂੰ ਵੀ ਇਹ ਚੀਜ਼ਾਂ ਸੁਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਸ ਕੋਨੇ ਦੇ ਵਿੱਚ ਵੀ ਸਿੱਖਾਂ ਨੇ ਆਪ ਦਾ ਨਾਂ ਰੋਸ਼ਨ ਕੀਤਾ ਹੈ, ਸਿਰਫ ਤਾਂ ਸਿਰਫ ਉਨ ਸਿੱਖ ਵੈਲਿਊਜ਼ ਦੇ ਨਾਲ ਜੋ ਸਾਡੇ ਗੁਰੂਆਂ ਨੇ ਸਾਡੇ ਲਈ ਛੱਡੀਆਂ ਹੈਗੀਆਂ, ਉਹਨਾਂ ਨੂੰ ਅਪਣਾ ਕੇ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਦਿਲ ਖੁਸ਼ ਹੋ ਜਾਂਦਾ ਹੈ। ਥੈਂਕ ਯੂ ਸੋ ਮਚ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਤੇ ਰਾਜਦੀਪ ਧਨੋਤਾ ਦਾ ਜਿਨ੍ਹਾਂ ਨੇ ਇਹ ਪੂਰਾ ਪ੍ਰੋਗਰਾਮ ਫੈਸਿਲਿਟੇਟ ਕੀਤਾ। ਤੁਹਾਨੂੰ ਸਾਰਿਆਂ ਨੂੰ ਰਲਿਆ ਕਿ ਆਓ ਇਸ ਪ੍ਰੋਜੈਕਟ ਬਾਰੇ, ਇਨ ਪ੍ਰੋਜੈਕਟਸ ਬਾਰੇ ਜਾਣਕਾਰੀ ਸ਼ੇਅਰ ਕਰੋ। ਥੈਂਕ ਯੂ ਸੋ ਮਚ ਤੁਸੀਂ ਸਾਡੇ ਲਈ ਕੁਝ ਟਾਈਮ ਕੱਢਿਆ। ਆਫਕੋਰਸ ਗੁਰਤੇਜ ਅਟਵਾਲ ਜੀ, ਨਵਜੋਤ ਕਾਲੋ ਐਂਡ ਰਣਜੀਤ ਗਿੱਲ, ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਸੋ ਮਚ। ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ ਤੇ ਇਹੋ ਜਿਹੇ ਹੀ ਕੰਮ ਕਰਦੇ ਰਹੋ ਤੇ ਸਾਨੂੰ ਦੱਸਦੇ ਰਹੋ ਉਹਨਾਂ ਬਾਰੇ। ਹੈਵ ਅ ਗੁੱਡ ਰੈਸਟ ਆਫ ਯੂਰ ਨਾਈਟ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਗਰ ਤੁਸੀਂ 6 of ਟ੍ਰੇਸੀ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦੇ ਪ੍ਰੋਗਰਾਮਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਡੈਫੀਨੇਟਲੀ ਉਹ ਕਰੋ, ਸਪੋਰਟ ਕਰੋ। ਇਹੋ ਜਿਹੀ ਸੰਸਥਾਵਾਂ ਤੋਂ ਸਿੱਖੋ ਤੇ ਆਪ ਦੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਕੰਮ ਸ਼ੁਰੂ ਕਰੋ। ਇਹਦੀ ਬਹੁਤ ਲੋੜ ਹੈਗੀ, ਕੰਮ ਬਹੁਤ ਵਧੀਆ ਹੋ ਰਿਹਾ, ਬਟ ਹਲੇ ਵੀ ਦੇਰ ਇਜ਼ ਮੋਰ ਵਰਕ to do. ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸਾਡੇ ਲਈ, ਸਾਡੇ ਗੈਸਟ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।